ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਪਲੇਟਫਾਰਮ ਤੋਂ ਜਿਹੜੀਆਂ ਵੀਕਲੀ ਗੁਰਮਤਿ ਸੈਸ਼ਨ ਤੇ ਕਲਾਸਿਸ ਜਿਹੜੀਆਂ ਰਨ ਹੋ ਰਹੀਆਂ ਨੇ, ਉਹਨਾਂ ਦੇ ਦੌਰਾਨ ਸਮੇਂ-ਸਮੇਂ ਤੇ ਅਸੀਂ ਗੁਰਸਿੱਖ ਪਰਸਨੈਲਿਟੀਜ਼ ਨਾਲ ਬੱਚਿਆਂ ਨੂੰ ਰੂਬਰੂ ਕਰਾਉਂਦੇ ਆ ਰਹੇ ਹਾਂ। ਉਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਕੋਲ ਵੀਰ ਜੀ ਭਾਈ ਸਾਹਿਬ ਬਲਦੇਵ ਸਿੰਘ ਸਰਹਾਲੀ ਜੀ ਜਿਹੜੇ ਨੇ, ਉਹ ਸਾਡੇ ਨਾਲ ਸਾਰੀ ਸੰਗਤੀ ਰੂਪ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਇੱਕ ਬਰੀਫ ਪਹਿਲਾਂ ਗੱਲਬਾਤ ਕਰਾਂਗੇ ਤੇ ਸਿੱਖਣ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਦੇ ਜੀਵਨ ਵਿੱਚੋਂ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ, ਗੁਰਬਾਣੀ ਨੇ ਉਹਨਾਂ ਨੂੰ ਕਿੱਥੇ-ਕਿੱਥੇ ਸਪੋਰਟ ਕੀਤਾ ਤੇ ਕਿਸ ਤਰ੍ਹਾਂ ਗੁਰਮਤ ਨੂੰ ਜਿਹੜਾ ਉਹਦੀ ਅਧੀਨਗੀ ਵਿੱਚ ਚੱਲ ਕੇ ਉਹ ਆਪਣੀਆਂ ਬੁਲੰਦੀਆਂ ਪ੍ਰਾਪਤ ਕਰ ਰਹੇ ਨੇ। ਸੋ ਵੀਰ ਜੀ ਬਲਦੇਵ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਜੀ ਸਿੱਖ ਟੀਚਿੰਗਸ ਦੇ ਪਲੇਟਫਾਰਮ ਤੇ। ਸਾਰੇ ਬੱਚੇ, ਸਾਰੀ ਸੰਗਤ, ਸਾਰੇ ਪਰਿਵਾਰਾਂ ਵੱਲੋਂ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਜੀ, ਤੁਸੀਂ ਆਪਣਾ ਸਮਾਂ ਕੱਢਿਆ ਔਰ ਸਾਡੇ ਨਾਲ ਜਿਹੜਾ ਇੱਥੇ ਆ ਕੇ ਸ਼ਮੂਲੀਅਤ ਕੀਤੀ। ਤੇ ਪਹਿਲਾਂ ਤੁਸੀਂ ਪਲੀਜ਼ ਆਪਣੀ ਬਰੀਫ ਇੰਟਰੋਡਕਸ਼ਨ ਦੇ ਦਿਓ ਜੀ ਕਿ ਤੁਸੀਂ, ਤੁਹਾਡਾ ਬੈਕਗਰਾਉਂਡ ਕੀ ਹੈ ਜੀ, ਤੁਹਾਡਾ ਜਨਮ ਕਿੱਥੇ ਹੋਇਆ ਤੇ ਤੁਸੀਂ ਆਸਟ੍ਰੇਲੀਆ ਤੱਕ ਕਿਸ ਤਰ੍ਹਾਂ ਪਹੁੰਚੇ ਜੀ, ਤੇ ਫਿਰ ਆਪਾਂ ਅੱਗੋਂ ਗੱਲ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਸਾਰੇ ਬੱਚਿਆਂ ਨੂੰ ਔਰ ਜਿੰਨੇ ਵੀ ਸਾਡੇ ਨਾਲ ਸਰੋਤੇ ਜੁੜੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਦੇਵ ਸਿੰਘ ਆ ਤੇ ਆਪਣੇ ਨਾਮ ਦੇ ਪਿੱਛੇ ਮੈਂ ਸਰਹਾਲੀ ਸ਼ਬਦ ਲਾਉਂਦਾ ਇਸ ਕਰਕੇ ਕਿਉਂਕਿ ਮੇਰੇ ਪਿੰਡ ਦਾ ਨਾਮ ਆ ਤੇ ਆਪਣੀ ਜ਼ਿੰਦਗੀ 'ਚ ਮੈਂ ਕੋਸ਼ਿਸ਼ ਕਰ ਰਿਹਾ ਵੀ ਜੋ ਵੀ ਕੁਝ ਨਵਾਂ ਕਰ ਸਕੀਏ, ਕੁਝ ਆਪਣੀ ਕਮਿਊਨਿਟੀ ਲਈ ਔਰ ਜਿੰਨੇ ਵੀ ਲੋਕ ਦੁਨੀਆ ਦੇ ਸਾਰਿਆਂ ਵਿੱਚ ਆਪਾਂ ਇਸ ਚੀਜ਼ ਨੂੰ ਪੇਸ਼ ਕਰ ਸਕੀਏ। ਤੇ ਇਹਦੇ ਪਿੱਛੇ ਜਿਹੜਾ ਟੈਗ ਆ ਉਹ ਆਪਾਂ ਆਪਣੇ ਪਿੰਡ ਦਾ ਲਾਇਆ ਵੀ ਪਛਾਣ ਵਾਸਤੇ, ਬਲਦੇਵ ਸਿੰਘ ਸਰਹਾਲੀ। ਔਰ ਮੇਰਾ ਜ਼ਿਲ੍ਹਾ ਤਰਨਤਾਰਨ ਤੇ ਪੰਜਾਬ ਤੋਂ ਮੈਂ, ਤੇ ਤਰਨਤਾਰਨ ਜ਼ਿਲ੍ਹਾ, ਪਿੰਡ ਸਰਹਾਲੀ। ਤੇ ਆਪਣੀ ਜਿਹੜੀ ਮੁੱਢਲੀ ਵਿੱਦਿਆ ਪੜ੍ਹਾਈ ਮੈਂ ਆਪਣੇ ਪਿੰਡ ਤੋਂ ਹੀ, ਸਰਹਾਲੀ ਤੋਂ ਕੀਤੀ। ਇਸ ਤੋਂ ਬਾਅਦ BA ਦੀ ਵਿੱਦਿਆ ਉਹ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕੀਤੀ ਜੀ। ਠੀਕ ਹੈ ਜੀ, ਵੈਰੀ ਗੁੱਡ ਵੀਰ ਜੀ। ਤੇ ਗੁਰਮਤ ਵੱਲ ਤੁਹਾਡਾ ਰੁਝਾਨ ਵੀਰ ਜੀ ਕਦੋਂ ਤੋਂ ਸ਼ੁਰੂ ਹੋਇਆ ਤੇ ਕਿੱਦਾਂ ਤੁਸੀਂ ਗੁਰਮਤ ਦੇ ਵੱਲ ਜਿਹੜਾ ਗੁਰਮਤ ਨੂੰ ਫੋਲੋ ਕਰਨਾ ਸ਼ੁਰੂ ਕੀਤਾ, ਗੁਰਮਤ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਿਆਂਦਾ ਤੇ ਕਿਹੜੇ-ਕਿਹੜੇ ਐਕਟੀਵਿਟੀਜ਼ ਨੇ ਜਿਹੜੀਆਂ ਤੁਸੀਂ ਅੱਜ ਕਰ ਰਹੇ ਹੋ ਗੁਰਬਾਣੀ ਨੂੰ ਲੈ ਕੇ ਜਾਂ ਗੁਰਮਤ ਨੂੰ ਲੈ ਕੇ, ਉਹ ਬੱਚਿਆਂ ਨਾਲ ਥੋੜਾ ਦੱਸ ਸਕੋ ਸਟਾਰਟਿੰਗ ਤੋਂ ਕਿ ਵੀ ਤੁਸੀਂ ਕਿੱਥੋਂ ਸ਼ੁਰੂ ਹੋਏ, ਤੁਹਾਡਾ ਰੁਝਾਨ ਕਿਵੇਂ ਪੈਦਾ ਹੋਇਆ ਗੁਰਮਤ ਸਿੱਖਿਆ ਨੂੰ ਲੈ ਕੇ ਜੀ। ਜੀ, ਗੁਰਮਤ ਸਿੱਖਿਆ ਨੂੰ ਲੈ ਕੇ ਮੇਰਾ ਰੁਝਾਨ ਇਸ ਤਰੀਕੇ ਦੇ ਨਾਲ ਸ਼ੁਰੂ ਤੋਂ ਰਿਹਾ ਵੀ ਸਾਡੇ ਘਰ ਦੇ ਵਿੱਚੋਂ ਮੇਰੇ ਮੰਮੀ ਡੈਡੀ, ਜਿਵੇਂ ਸਾਡੇ ਮੇਰੇ ਵੱਡੇ ਭਰਾ, ਅਸੀਂ ਨਾ ਸਾਰੇ ਆਪਾਂ ਪੂਰਨ ਗੁਰਸਿੱਖ ਵੀ, ਜਿਵੇਂ ਦਾੜੀ ਕੇਸ ਰੱਖੇ ਹੋਏ, ਸਾਰਿਆਂ ਨੇ ਅੰਮ੍ਰਿਤ ਛਕਿਆ, ਸਾਰੇ ਗੁਰਸਿੱਖ ਨੇ, ਚੰਗੇ ਜੀਵਨ ਵਾਲੇ ਨੇ। ਤੇ ਛੋਟੇ ਹੁੰਦਿਆਂ ਤੋਂ, ਜਦੋਂ ਮੈਂ ਛੋਟਾ ਹੁੰਦਾ ਸੀ, ਸਾਡੇ ਘਰ ਨਾ ਉਸ ਵੇਲੇ ਇੱਕ ਨਾ ਟੇਪ ਰਿਕਾਰਡ ਹੁੰਦੀ ਸੀ ਵੀ ਜਿਹਦੇ ਵਿੱਚ ਆਪਾਂ ਕੈਸਟ ਲਾਉਂਦੇ, ਸੀਡੀਆਂ ਦੇ ਜ਼ਮਾਨੇ ਤੋਂ ਪਹਿਲਾਂ। ਤੇ ਉਦੋਂ ਨਾ ਸਵੇਰੇ ਸ਼ਾਮ ਸਾਡੇ ਘਰੇ ਨਾ ਗੁਰਬਾਣੀ ਚੱਲਦੀ ਰਹਿੰਦੀ ਹੁੰਦੀ ਸੀ ਤੇ ਉਹ ਗੁਰਬਾਣੀ ਨੂੰ ਸੁਣ ਕੇ ਤੇ ਕੁਝ ਚੜ੍ਹਦੀ ਕਲਾ ਵਾਲੇ ਗੁਰਸਿੱਖ ਵੀਰ ਮੇਰੇ ਤੋਂ ਜਿਹੜੇ ਸੀਨੀਅਰ ਸਨ, ਤੇ ਮੈਂ ਉਹਨਾਂ ਦੇ ਜੀਵਨ ਵੱਲ ਦੇਖ ਕੇ ਮੈਂ ਸੋਚਦਾ ਹੁੰਦਾ ਸੀ ਵੀ ਮੈਂ ਵੀ ਇਸ ਤਰੀਕੇ ਦੇ ਨਾਲ ਬਣ ਸਕਦਾ। ਵੀ ਜਿਵੇਂ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦਾ ਸਾਨੂੰ ਜ਼ਿਆਦਾ ਸ਼ੌਂਕ ਹੋਵੇ, ਜਿਵੇਂ ਮੈਨੂੰ ਇਹ ਚੀਜ਼ਾਂ ਸਾਡੇ ਘਰ ਚੋਂ ਮਿਲੀਆਂ, ਸਾਡੇ ਆਲੇ ਦੁਆਲੇ ਚੋਂ ਮੈਨੂੰ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ। ਉਸ ਵੇਲੇ ਸਾਡੇ ਵੇਲੇ ਕੀ ਹੁੰਦਾ ਸੀ ਵੀ ਵਿਚਰਦਿਆਂ ਸਾਡੇ ਨਾ ਗੇਮਾਂ ਹੁੰਦੀਆਂ ਸੀ ਵੀ ਜਿਵੇਂ ਸਰੀਰਕ ਗੇਮਾਂ, ਜਿਵੇਂ ਆਪਾਂ ਖੋ ਦੀ ਗੇਮ ਲਾ ਲਈਏ ਜਾਂ ਕੁਝ ਇਵੇਂ ਦੀਆਂ। ਸਾਡਾ ਆਲਾ ਦੁਆਲਾ ਬੜਾ ਚੰਗਾ ਸੀ ਵੀ ਸਾਰੇ ਗੁਰਸਿੱਖ ਸਨ, ਚੰਗੇ ਵਿਚਾਰਾਂ ਵਾਲੇ ਸਨ। ਸਾਡਾ ਮੁਹੱਲਾ, ਰਹਿਣੀ ਬਹਿਣੀ, ਰਹਿਣੀ ਸਹਿਣੀ, ਸਾਰਾ ਕੁਝ ਚੜ੍ਹਦੀ ਕਲਾ ਵਾਲੇ ਜਿਹੜੇ ਜਿੰਨੇ ਵੀ ਵੀਰ ਸਨ ਉਹਨਾਂ ਦੇ ਨਾਲ ਸੀ ਮੇਰਾ ਜ਼ਿਆਦਾ ਸੰਬੰਧ। ਤੇ ਉਸ ਟਾਈਮ ਤੇ ਫੋਨਾਂ ਦਾ ਜ਼ਮਾਨਾ ਜ਼ਿਆਦਾ ਨਹੀਂ ਸੀ। ਅੱਜ ਕੱਲ੍ਹ ਮੈਂ ਕੀ ਦੇਖਦਾ ਵਾਂ ਵੀ ਲੋਕ ਜ਼ਿਆਦਾ ਫੋਨ ਦੇ ਨਾਲ
ਜਿਹੜੀਆਂ ਆਪਾਂ ਗੇਮਾਂ ਡਾਊਨਲੋਡ ਕਰਕੇ ਸਾਰਾ ਟਾਈਮ ਉੱਧਰ ਸਪੈਂਡ ਕਰਦੇ ਰਹਿੰਦੇ, ਪਰ ਉਸ ਵੇਲੇ ਕੀ ਸੀ, ਉਸ ਵੇਲੇ ਗੁਰਸਿੱਖਾਂ ਦੇ ਨਾਲ ਸਾਨੂੰ ਬੈਠਣਾ ਨਸੀਬ ਹੁੰਦਾ ਸੀ। ਇੱਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਦੇ ਨਾਲ ਬੈਠ ਕੇ ਉਹਨਾਂ ਨਾਲ ਵਿਚਾਰ ਕਰਨੀ, ਉਹਨਾਂ ਦੇ ਜੀਵਨ ਦੀ ਝਲਕ ਦੇਖ ਕੇ ਅਸੀਂ ਸੋਚਦੇ ਹੁੰਦੇ ਸੀ ਵੀ ਜਿੰਨੇ ਵੀ ਅਸੀਂ ਵੀਰ ਭਰਾ ਸਨ, ਜਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸੋਚਦਾ ਹੁੰਦਾ ਸੀ ਵੀ ਆਪਾਂ ਇਹਨਾਂ ਵਰਗਾ ਆਪਾਂ ਜੀਵਨ ਕਮਾਉਣਾ, ਜਿਵੇਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਨੂੰ ਇੱਕ ਚੰਗੀ ਦੇਣ, ਚੰਗੇ ਗੁਣ ਜ਼ਿੰਦਗੀ ਦੇ ਵਿੱਚ ਧਾਰਨ ਕੀਤੇ ਜਿਨ੍ਹਾਂ ਨੇ, ਉਹਨਾਂ ਕੋਲੋਂ ਕੁਝ ਨਾ ਕੁਝ ਸਿੱਖਣ ਵਾਸਤੇ ਮੇਰਾ ਦਿਲ ਕਰਦਾ ਰਹਿੰਦਾ ਸੀ, ਤੇ ਆਲਾ ਦੁਆਲਾ ਚੰਗਾ ਸੀ, ਤੇ ਚੰਗੇ ਗੁਰਸਿੱਖਾਂ ਵੱਲ ਦੇਖ ਕੇ ਮੈਂ ਇਸ ਪਾਸੇ ਆਇਆ ਜੀ। ਠੀਕ ਹੈ ਵੀਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਹੋਰ ਗੁਰਬਾਣੀ ਦੇ ਰਿਲੇਟਡ ਗੱਲਾਂ ਤੁਹਾਡੇ ਨਾਲ ਸਾਂਝ ਪਾਈਏ, ਇੱਕ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਤੁਹਾਡੇ ਇੱਕ ਤਾਂ ਤੁਹਾਡੀ ਦਸਤਾਰ ਕੰਪੀਟੀਸ਼ਨ ਨੂੰ ਲੈ ਕੇ ਤੁਸੀਂ ਮੈਨੂੰ ਲੱਗਦਾ ਕਾਫੀ ਸਿਖਲਾਈ ਵੀ ਦਿੰਦੇ ਹੋ ਦਸਤਾਰ ਦੀ ਸਾਰਿਆਂ ਨੂੰ, ਤੇ ਮੇਰੀ ਸਮਝ ਦੇ ਮੁਤਾਬਕ ਤੁਸੀਂ ਆਨਲਾਈਨ ਸਾਰਿਆਂ ਨੂੰ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਦਸਤਾਰ ਸਿਖਾਉਣੀ ਜਿਹੜੀ ਹੈ ਉਹ ਐਫਰਟ ਤੁਹਾਡਾ ਚੱਲ ਰਿਹਾ ਹੈ। ਨਾਲ ਨਾਲ ਤੁਸੀਂ ਖੇਡਾਂ ਦੇ ਵਿੱਚ ਵੀ ਬੜੀ ਰੁਚੀ ਰੱਖਦੇ ਹੋ, ਤੁਹਾਡੀ ਫਿਜ਼ੀਕਲ ਐਕਟੀਵਿਟੀ ਵੀ ਜਿਹੜੀ ਕਾਫੀ ਹੈ, ਤੁਸੀਂ ਹੋਰ ਕਾਫੀ ਖੇਡਾਂ ਦੇ ਵਿੱਚ ਵੀ ਟ੍ਰੇਨਿੰਗ ਵੀ ਦਿੰਦੇ ਹੋ, ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਕਿ ਵੀ ਕਿੱਦਾਂ ਫਿਜ਼ੀਕਲ ਲੈਵਲ ਦੇ ਉੱਤੇ ਜਾਂ ਫਿਰ ਆਪਣੇ ਜਿਹੜੇ ਤੁਸੀਂ ਦਸਤਾਰ ਦੇ ਜਿਹੜੇ ਆਨਲਾਈਨ ਜਿਹੜੇ ਉਹਨਾਂ ਦੇ ਬਾਰੇ ਜੇ ਥੋੜੀ ਜਿਹੀ ਜਾਣਕਾਰੀ ਦਿਓ ਜੀ। ਹਾਂਜੀ, ਦਸਤਾਰ ਬਾਰੇ ਵੀਰ ਜੀ ਕੀ ਸੀ ਵੀ ਮੈਂ ਜਦੋਂ ਛੋਟਾ ਸੀ 6ਵੀਂ ਕਲਾਸ 7ਵੀਂ ਕਲਾਸ 'ਚ ਨਾ, ਮੈਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦਾ ਸੀ। ਉਸ ਸਕੂਲ ਦੇ ਵਿੱਚ ਕੀ ਸੀ ਵੀ ਜਿੰਨੇ ਵੀ ਬੱਚੇ ਆਉਂਦੇ ਸੀ, ਜਿਵੇਂ 1000-1500 ਬੱਚਾ ਇੱਕ ਸਕੂਲ ਦੇ ਵਿੱਚ ਹੁੰਦਾ ਸੀ, ਸਕੂਲ ਦੇ ਵਿੱਚ ਉਹਨਾਂ ਨੇ ਇਹ ਪੱਕਾ ਕੀਤਾ ਸੀ ਵੀ ਜਿੰਨੇ ਵੀ ਵੀਰ ਭਰਾ ਆਉਣਗੇ, ਜਿੰਨੇ ਵੀ ਸਕੂਲ ਦੇ ਵਿੱਚ ਬੱਚੇ ਆਉਂਦੇ ਨੇ, ਉਹਨਾਂ ਦੇ ਹਰ ਇੱਕ ਦੇ ਸਿਰ ਦੇ ਉੱਪਰ ਦਸਤਾਰ ਇੱਕ ਲਾਜ਼ਮੀ ਸੀ। ਉਹਨਾਂ ਨੇ ਰੂਲ ਰੱਖਿਆ ਸੀ ਵੀ ਜਿਹੜਾ ਵੀ ਬੱਚਾ ਇਸ ਸਕੂਲ ਦਾ ਬੱਚਾ ਵਾ, ਇਸ ਸਕੂਲ ਦੇ ਵਿੱਚ ਜਿਹੜਾ ਵੀ ਆਵੇਗਾ ਉਹ ਆਪਣੇ ਸਿਰ ਦੇ ਉੱਪਰ ਦਸਤਾਰ ਬੰਨ੍ਹ ਕੇ ਆਵੇਗਾ। ਤੇ ਸਕੂਲ ਦੇ ਵਿੱਚ ਵਿਚਰਦਿਆਂ ਕੀ ਹੋਣਾ ਵੀ 6ਵੀਂ ਕਲਾਸ ਦੇ ਵਿੱਚ ਮੈਂ ਇੱਕ ਪੱਗ ਮੁਕਾਬਲਾ, ਜਿਵੇਂ ਪੱਗ ਕੰਪੀਟੀਸ਼ਨ, ਉਹਦੇ ਵਿੱਚ ਮੈਂ ਪਾਰਟੀਸਪੇਟ ਕੀਤਾ। ਉਹਦੇ ਵਿੱਚ ਮੇਰੀ ਪੋਜੀਸ਼ਨ ਨਹੀਂ ਸੀ ਆਈ, ਤੇ ਫਿਰ ਮੇਰੇ ਅੰਦਰ ਜਜ਼ਬਾ ਪੈਦਾ ਹੋਇਆ ਵੀ ਇਸ ਵਾਰ ਮੇਰੀ ਪੋਜੀਸ਼ਨ ਨਹੀਂ ਆਈ, ਇਸ ਤੋਂ ਅਗਲੇ ਸਾਲ ਮੈਂ ਫਿਰ ਪਾਰਟੀਸਪੇਟ ਕੀਤਾ। ਫਿਰ ਮੈਨੂੰ ਪਤਾ ਲੱਗਾ ਵੀ ਸਕੂਲ ਇੱਕ ਸਾਡਾ ਇੱਕ ਦਾਇਰਾ, ਵੀ ਜਿਵੇਂ ਆਪਾਂ ਖੂਹ ਟਾਈਪ ਆਪਾਂ ਕਹਿ ਸਕਦੇ ਹਾਂ, ਵੀ ਮੈਨੂੰ ਪਤਾ ਲੱਗਾ ਵੀ ਸਕੂਲ ਤੋਂ ਬਾਹਰ ਨਿਕਲ ਕੇ ਵੀ ਦੁਨੀਆਦਾਰੀ ਦੇ ਵਿੱਚ ਵਿਚਰਨ ਵਾਸਤੇ, ਦੁਨੀਆ ਦੇ ਵਿੱਚ ਵਿਚਰਨ ਵਾਸਤੇ ਬੜਾ ਕੰਪੀਟੀਸ਼ਨ ਚੱਲਦਾ ਇਸ ਚੀਜ਼ ਦਾ। ਤੇ ਸਕੂਲ ਦੇ ਵਿੱਚੋਂ ਮੈਂ ਪੱਗ ਮੁਕਾਬਲਾ ਜਿੱਤਣ ਤੋਂ ਬਾਅਦ ਇਹ ਦੇਣ ਸਕੂਲ ਦੇ ਵਿੱਚੋਂ, ਵੱਡੇ ਭਰਾ ਵੀ ਪੱਗਾਂ ਬੰਨ੍ਹਦੇ ਸਨ, ਪਾਪਾ ਵੀ ਪੱਗ ਬੰਨ੍ਹਦੇ ਸਨ, ਸਾਰੇ ਵੀ ਜਿੰਨਿਆਂ ਦੇ ਨਾਲ ਮੈਂ ਵਿਚਰਿਆ ਸਾਰੇ ਪੱਗਾਂ ਬੰਨ੍ਹਦੇ ਸਨ। ਇੱਕ ਦੂਜੇ ਵੱਲ ਵੇਖ ਕੇ ਨਾ ਮਨ ਦੇ ਵਿੱਚ ਚਾਅ ਪੈਦਾ ਹੁੰਦਾ ਸੀ ਵੀ ਪੱਗ ਮੈਂ ਵੀ ਸਜਾਣੀ ਆ, ਆਪ ਸਜਾਣੀ ਆ। ਤੇ ਇਸ ਤੋਂ ਬਾਅਦ ਕੀ ਸੀ ਵੀ ਸਕੂਲ ਦੇ ਵਿੱਚ ਕੰਪੀਟੀਸ਼ਨ ਜਿੱਤਣ ਤੋਂ ਬਾਅਦ ਮੈਂ ਵੇਖਿਆ ਵੀ ਸਾਡੇ ਪਿੰਡ ਲੈਵਲ ਦਾ ਇੱਕ ਕੰਪੀਟੀਸ਼ਨ ਹੋਇਆ, ਉਹਦੇ ਵਿੱਚੋਂ ਮੈਂ ਪਾਰਟੀਸਪੇਟ ਕੀਤਾ, ਪੋਜੀਸ਼ਨ ਪਈ। ਫਿਰ ਸਾਡੇ ਜ਼ਿਲ੍ਹੇ ਦੇ ਵਿੱਚ, ਫਿਰ ਪੰਜਾਬ ਲੈਵਲ ਤੇ ਕੰਪੀਟੀਸ਼ਨ ਹੋਇਆ, ਫਿਰ ਆਲ ਇੰਡੀਆ ਲੈਵਲ ਤੇ ਕੰਪੀਟੀਸ਼ਨ ਮੈਂ ਪਾਰਟੀਸਪੇਟ ਕੀਤਾ ਸੀ 2016 'ਚ। ਤੇ 2016 ਦੇ ਵਿੱਚ ਹੀ ਆਲ ਇੰਡੀਆ ਦੇ ਵਿੱਚੋਂ ਮੈਂ ਬੁਲਟ ਮੋਟਰਸਾਈਕਲ ਜਿੱਤਿਆ ਸੀ ਪੱਗ ਮੁਕਾਬਲੇ ਦੇ ਵਿੱਚ। ਤੇ ਪੱਗ ਇੱਕ ਤਰੀਕੇ ਦੀ ਤੇ ਅਸੀਂ ਬੰਨ੍ਹਦੇ ਸੀ, ਅਸੀਂ ਸਿੱਖ ਹੋਣ ਦੇ ਨਾਤੇ ਵੀ, ਜਿਹਨੂੰ ਅਸਲ ਪ੍ਰੈਕਟੀਕਲੀ ਲਾਈਫ 'ਚ ਇਹ ਚੀਜ਼ ਕਿਹਾ ਜਾਂਦਾ ਵੀ ਸਿੱਖ ਦਾ ਮਤਲਬ ਸਿੱਖਣਾ। ਤੇ ਮੈਂ ਵੱਖਰੇ ਵੱਖਰੇ ਸਟਾਈਲਾਂ ਦੀਆਂ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ, ਸਜਾਉਣੀਆਂ ਸ਼ੁਰੂ ਕੀਤੀਆਂ ਦਸਤਾਰਾਂ। ਤੇ ਦਸਤਾਰਾਂ ਸਜਾਉਂਦਿਆਂ ਮੇਰੇ ਮਨ 'ਚ ਇਹ ਚੀਜ਼ ਆਈ ਵੀ ਆਪਾਂ ਕਿਸੇ ਹੋਰ ਵੱਖਰੇ ਸਟਾਈਲ ਦੀ ਪੱਗ ਸਿੱਖ ਸਕੀਏ। ਇਸ ਤੋਂ ਇਲਾਵਾ ਜਿਵੇਂ ਰਾਜਸਥਾਨੀ ਸਟਾਈਲ ਦੀ ਪੱਗ, ਪਟਿਆਲਾ ਸ਼ਾਹੀ ਪੱਗ, ਜਿਵੇਂ ਦਸਤਾਰ ਤੇ ਆਪਣੀ ਤਕਰੀਬਨ ਸਾਰੀ ਇੱਕ ਹੀ ਹੈਗੀ ਆ, ਪਰ ਦਸਤਾਰਾਂ ਦੇ ਜਿਹੜੇ ਸਟਾਈਲ ਆ ਉਹਨਾਂ ਨੂੰ ਲੈ ਕੇ ਕਈ ਜਗ੍ਹਾ ਤੇ ਨਾ ਵੱਖੋ ਵੱਖਰੇ ਨਾਮ ਪੈ ਗਏ ਪੱਗਾਂ ਦੇ। ਜਿਵੇਂ ਪਟਿਆਲੇ ਵਾਲੇ ਲੋਕ ਜਿਹੜਾ ਸਟਾਈਲ ਬੰਨ੍ਹਦੇ ਉਹਨੂੰ ਕਹਿ ਦਿੰਦੇ ਪਟਿਆਲਾ ਸ਼ਾਹੀ। ਇਸ ਤਰੀਕੇ ਦੇ ਨਾਲ ਨਾ ਪੱਗਾਂ ਦੇ ਵਿੱਚ ਫਿਰ ਮੈਂ ਆਲ ਇੰਡੀਆ ਦੇ ਵਿੱਚੋਂ ਜਿੱਤਣ ਤੋਂ ਬਾਅਦ ਕੰਪੀਟੀਸ਼ਨ ਵਿਨ ਕੀਤਾ। ਇਸ ਤੋਂ ਬਾਅਦ ਫਿਰ ਵੱਖਰੇ ਵੱਖਰੇ ਥਾਵਾਂ ਤੇ ਮੈਨੂੰ ਜੱਜਮੈਂਟ ਕਰਨ ਦਾ ਮੌਕਾ ਮਿਲਿਆ। ਪਿਛਲੇ ਟਾਈਮ 2020 ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਜੱਜਮੈਂਟ ਕਰਨ ਲਈ ਗਿਆ ਸੀ।
ਤੇ ਉੱਥੋਂ ਕੈਨੇਡਾ ਤੋਂ ਵੀ ਉਹਨਾਂ ਨੇ ਗੋਲਡ ਮੈਡਲ ਦੇ ਨਾਲ ਮੈਨੂੰ ਸਨਮਾਨਿਤ ਕੀਤਾ ਸੀ। ਇਹ ਪੱਗਾਂ ਦਾ ਜਿਹੜਾ ਇਧਰਲੇ ਪਾਸੇ ਕਾਫੀ ਜਿਵੇਂ ਪ੍ਰੈਕਟਿਸ ਕਰਨੀ ਪਈ। ਦੇਖਣ ਦੇ ਵਿੱਚ ਚਾਹੇ ਤੁਸੀਂ ਮੇਰੀ ਹੁਣ ਵੀ ਪੱਗ ਦੇਖ ਰਹੇ ਹੋਵੋਗੇ, ਤਕਰੀਬਨ ਹੁਣ ਵੀ ਇੱਕ ਡਿਫਰੈਂਟ ਸਟਾਈਲ ਦੀ ਪੱਗ ਆ ਵੀ ਜਿਵੇਂ ਦਰਬਾਰ ਸਾਹਿਬ ਇਸ ਪੱਗ ਦਾ ਸਟਾਈਲ ਆਪਾਂ ਬੰਨ੍ਹਦੇ ਆ, ਉਹਦੇ ਵਿੱਚ ਕੀ ਹੁੰਦਾ ਵਾ ਵੀ ਇੱਕ ਲੜ ਦੇ ਵਿੱਚੋਂ ਇੱਕ ਲੜ ਕੱਢਦੇ ਨੇ। ਜੇ ਮੈਂ ਹੁਣ ਇਹ ਦਸਤਾਰ ਸਜਾਈ, ਇਹਦੇ ਲੜ ਵੀ ਤਕਰੀਬਨ ਬਰੀਕ ਬਰੀਕ ਨੇ, ਤਕਰੀਬਨ 100 ਤੋਂ ਪਲੱਸ ਨੇ ਇਹਦੇ ਲੜ। ਤੇ ਜੇਕਰ ਕੋਈ ਵੀ ਸਟਾਈਲ ਆਪਾਂ ਬੰਨ੍ਹਦੇ ਆ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਇਸ ਸਟਾਈਲ ਦੇ ਵਿੱਚ ਕੁਝ ਨਵਾਂ ਦੇ ਸਕੀਏ, ਕੁਝ ਨਵੀਂ ਕ੍ਰੀਏਟੀਵਿਟੀ ਕੁਝ ਆਪਾਂ ਰੱਖ ਸਕੀਏ, ਨਵਾਂ ਕੁਝ ਕਰਨ ਨੂੰ ਦਿਲ ਕਰਦਾ ਰਹਿੰਦਾ ਜੀ। ਹਾਂਜੀ, ਬਹੁਤ ਹੀ ਵਧੀਆ ਹੈ ਵੀਰ ਜੀ। ਮੈਂ ਨਾ ਜੀ ਵੈਰੀ ਕੁਇਕਲੀ, ਕੁਝ ਸਾਡੇ ਕੋਲ ਬੱਚੇ ਨੇ, ਕੁਝ ਸੰਗਤ ਐਸੀ ਹੈਗੀ ਹੈ ਕਿ ਉਹ ਚਾਹੁੰਦੇ ਨੇ ਕਿ ਅਸੀਂ ਆ ਸਾਰੀ ਵਾਰਤਾਲਾਪ ਨੂੰ ਹੌਲੀ ਥੋੜਾ ਜਿਹੜਾ ਹੈ ਉਹ ਇੰਗਲਿਸ਼ ਦੇ ਵਿੱਚ ਵੀ ਸ਼ੇਅਰ ਕਰਦੇ ਰਹੀਏ। ਸੋ ਜੋ ਤੁਸੀਂ ਹੁਣੇ ਗੱਲਬਾਤ ਕੀਤੀ ਹੈ, ਮੈਂ ਇੱਕ ਵਾਰੀ ਵੈਰੀ ਕੁਇਕਲੀ ਸਮਰਾਈਜ਼ ਕਰ ਦਿੰਦਾ ਕਿ ਵੀ ਵੀਰ ਜੀ ਸਟਾਰਟਡ ਜਿਹੜਾ he got his interest into tying turban very early age in his school, है ना। ਉੱਥੇ what he like did is participated in a couple of competitions where he didn't get good positions, but that motivated him to work harder. That was the beginning of his journey into the Dastar camp, which he conducted at the end. He participated in multiple competitions from school level to university level to state level and then to national and international levels as well. And he achieved quite a lot in that field. And then right now, if my understanding is right, I think he can tie multiple types of the stars. So I think I will very quickly ask Virji as well about the different types of the stars which he can help you with, or he can tie today as well. I have seen him doing quite a lot, but Virji will explain a little bit more. He also did a camp in Canada in 2020 where he was a judge, and he also helped other Sangat members in Toronto as well, and he was given a gold medal for that. My understanding is that overall, Baldev Singh Virji has around 350 different awards in the field of Gurmat. So I will request Virji to share some of his experience. That's a wealth of awards which he has earned with his hard work and dedication for Gurmat. I will ask Virji to share a little bit more about his awards as well as the different types of the stars. Virji, thoda jiha share kariyo ji please. ਹਾਂਜੀ, ਦਸਤਾਰਾਂ ਬਾਰੇ ਜਿਵੇਂ ਮੈਂ ਦੱਸ ਰਿਹਾ ਸੀ ਵੀ ਜਿਵੇਂ ਇਹ ਸਟਾਈਲ ਹੈ ਗੁਰਮੁਖੀ, ਜਿਹਨੂੰ ਹਨਾ ਸਟਾਈਲ ਕਿਹਾ ਜਾਂਦਾ ਵੀ ਜਿਵੇਂ ਦਰਬਾਰ ਸਾਹਿਬ ਆਪਾਂ ਇਹ ਦਸਤਾਰ ਦਾ ਸਟਾਈਲ ਤੁਸੀਂ ਦੇਖਿਆ ਹੋਣਾ। ਇਹ ਸਟਾਈਲ ਦੇ ਵਿੱਚ ਵੀ ਜਿਵੇਂ ਦੱਸ ਰਿਹਾ ਸੀ ਵੀ ਇਹਦੇ ਲਾੜਵਾ ਜਿਹੜੇ 100 ਪਲੱਸ ਨੇ, ਤੇ ਇਹਦੇ ਵਿੱਚ ਹੀ ਵੱਖਰੇ ਸਟਾਈਲ ਜਿਵੇਂ ਗੁਜਰਾਤੀ ਸਟਾਈਲ, ਰਾਜਸਥਾਨੀ, ਦੁਨੀਆ ਦੀਆਂ ਜਿੰਨੀਆਂ ਵੀ ਪੱਗਾਂ ਨੇ, ਜੇਕਰ ਕੋਈ ਪਰਸਨ ਮੈਨੂੰ ਆ ਕੇ ਕਵੇ ਵੀ ਵੀਰ ਜੀ ਸਾਨੂੰ ਇਸ ਟਾਈਪ ਦੀ ਦਸਤਾਰ ਸਜਾ ਦਿਓ, ਤੇ ਮੈਂ ਸੋਚਦਾ ਵਾਂ ਵੀ ਮੈਂ ਉਸ ਪਰਸਨ ਨੂੰ ਨਾ ਕਰ ਸਕਾਂ ਵੀ ਮੈਨੂੰ ਇਹ ਨਹੀਂ ਆਉਂਦੀ। ਪਰ ਮੈਂ ਕੋਸ਼ਿਸ਼ ਪ੍ਰੈਕਟਿਸ ਇਵੇਂ ਦੀ ਕੀਤੀ ਆ ਵੀ ਜੇ ਮੈਨੂੰ ਕੋਈ ਕਵੇ ਵੀ ਵੀਰ ਜੀ ਇਸ ਸਟਾਈਲ ਦੀ ਪੱਗ ਤੁਸੀਂ ਸਾਡੇ ਸਜਾ ਦਿਓ, ਤੇ ਮੈਂ ਉਸ ਸਟਾਈਲ ਦੀ ਪੱਗ ਸਜਾ ਸਕਦਾ। ਕਿਉਂਕਿ ਨਿੱਜੀ ਜ਼ਿੰਦਗੀ ਦੇ ਵਿੱਚ ਅਸੀਂ ਵਿਚਰਦੇ ਹਾਂ, ਮੈਂ ਦਸਤਾਰ ਤੇ ਸਜਾਉਂਦਾ ਹਾਂ, ਪਰ ਦਸਤਾਰ ਸਜਾਉਂਦਿਆਂ ਮੈਂ ਨਾਲ ਇੰਜੋਏ ਵੀ ਕਰਦਾ। ਕੁਝ ਵੀਰਾਂ ਭਰਾਵਾਂ ਦਾ ਮੈਂ ਸੁਣਦਾ ਵਾਂ ਵੀ ਉਹ ਦਸਤਾਰ ਸਜਾ ਰਹੇ ਹੁੰਦੇ ਆ ਤੇ 2 ਵਾਰੀ 3 ਵਾਰੀ ਦਸਤਾਰ ਸਜਾਉਂਦੇ ਆ, ਅਸੀਂ ਕਲਪ ਜਾਂਦੇ ਹਾਂ ਵੀ ਨਹੀਂ ਬੋਰਿੰਗ, ਵੀ ਮੇਰਾ ਦਿਲ ਨਹੀਂ ਕਰਦਾ ਹੁਣ। ਪਰ ਨਹੀਂ, ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਲੰਘੇ। ਅਸੀਂ ਵੀ ਜਦੋਂ ਦਸਤਾਰ ਦੇ ਸਟਾਈਲ ਸਜਾਉਂਦੇ ਸੀ, ਕਿਸੇ ਵੇਲੇ ਸੋਹਣੀ ਦਸਤਾਰ ਨਹੀਂ ਵੱਜਦੀ ਸੀ ਤੇ ਅਸੀਂ ਉਹ ਉਤਾਰ ਕੇ ਦਸਤਾਰ ਫੇਰ ਦੁਬਾਰਾ ਟਰਾਈ ਕਰਦੇ ਸੀ, ਇੰਜੋਏ ਕਰਦੇ ਸੀ। ਫਿਰ ਇਸ ਤੋਂ ਬਾਅਦ 2 ਵਾਰੀ ਬੰਨੀ, ਫਿਰ ਨਾ ਵਧੀਆ ਵੱਜਣੀ, ਫਿਰ ਤੀਜੀ ਵਾਰੀ ਬੰਨਣੀ, ਇੰਜੋਏ ਕਰਨਾ। ਇੰਜੋਏ ਕਰਦਿਆਂ ਸਾਨੂੰ ਪਤਾ ਨਹੀਂ ਲੱਗਾ ਵੀ ਅਸੀਂ ਡਿਫਰੈਂਟ ਸਟਾਈਲ ਇੰਨੇ ਜ਼ਿਆਦਾ ਸਿੱਖ ਲਏ। ਕਦੇ ਵੀ ਮੈਂ ਜਿੰਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ, ਕਦੇ ਵੀ ਮੈਂ ਆਪਣੀ ਜ਼ਿੰਦਗੀ ਦੇ ਕੰਮਾਂ ਦੇ ਵਿੱਚ ਬੋਰ ਨਹੀਂ ਹੋਇਆ।
ਤੇ ਮੈਂ ਗੁੱਸਾ ਨਹੀਂ ਕੀਤਾ ਇਸ ਚੀਜ਼ ਦਾ। ਹਰ ਇੱਕ ਚੀਜ਼ ਨੂੰ ਆਪਾਂ ਉਸ ਰੱਬ ਦੇ ਨਾਮ ਤੇ ਲੈ ਕੇ ਵੀ ਗੁਰੂ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸਟਰਗਲ ਕੀਤਾ, ਇਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਸਾਡੇ ਗੁਰੂਆਂ ਕੋਲੋਂ, ਸਾਡੇ ਇਤਿਹਾਸ ਦੇ ਵਿੱਚੋਂ ਇਹ ਚੀਜ਼ਾਂ ਲੈ ਕੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਵੀ ਜੇਕਰ ਉਹਨਾਂ ਨੇ ਸਾਨੂੰ ਇੰਨੀ ਦੇਣ ਦਿੱਤੀ ਆ ਤੇ ਅਸੀਂ ਵੀ ਥੋੜ੍ਹੀ ਬਹੁਤ ਕੋਸ਼ਿਸ਼ ਕਰ ਸਕੀਏ। ਜੀ। ਹਾਂਜੀ, ਬਹੁਤ ਹੀ ਵਧੀਆ ਵੀਰ ਜੀ, ਥੈਂਕ ਯੂ ਜੀ। ਇਹ ਬੜੀ ਵਧੀਆ ਮੇਰੇ ਪਰਸਨਲ ਜੀਵਨ ਵਾਸਤੇ ਬੜੀ ਅੱਛੀ ਲਰਨਿੰਗ ਹੈਗੀ ਹੈ ਜੀ, ਕਿ ਵੀ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਜਿਹਦੇ ਸਾਨੂੰ ਕਾਮਯਾਬੀ ਨਹੀਂ ਮਿਲਦੀ, ਸਮਟਾਈਮਸ ਵੀ ਡੋਂਟ ਗੈਟ ਸਕਸੈਸ ਫਸਟ ਟਾਈਮ। ਸੋ ਨਾਰਮਲੀ ਸਾਡੇ ਇੱਕ ਜੀਵਨ ਦੇ ਵਿੱਚ ਹੁੰਦਾ ਕਿ ਵੈਰੀ ਜਲਦੀ ਬੜੀ ਕੁਇਕਲੀ ਫਰਸਟ੍ਰੇਸ਼ਨ ਆ ਜਾਂਦੀਆਂ, ਓਕੇ ਆਈ ਟਰਾਈਡ ਬਟ ਇਟ ਡਿਡਨਟ ਵਰਕ। ਪਰ ਤੁਹਾਡੇ ਜੀਵਨ ਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਕਿ ਵੀ ਨੈਵਰ ਗਿਵ ਅਪ, ਹੈ ਨਾ। ਯੂ ਹੈਵ ਟੂ ਕੀਪ ਟਰਾਈਂਗ, ਕੀਪ ਗਿਵਿੰਗ ਅਪ, keep working your as hard as you can. So always try to improve, go one step ahead. ਇੱਕ ਸਟੈਪ, ਛੋਟੇ ਛੋਟੇ ਬੇਬੀ ਸਟੈਪਸ ਨਾਲ we can always keep going। ਤੇ ਜੇ ਅਸੀਂ ਕੰਟੀਨਿਊ ਕਰਦੇ ਰਵਾਂਗੇ ਆਪਣੀ ਐਫਰਟਸ ਨੂੰ ਤੇ ਜਿਹੜਾ ਸਾਨੂੰ ਸਕਸੈਸ ਜ਼ਰੂਰ ਮਿਲੇਗੀ। ਸੋ ਡੈਡੀਕੇਸ਼ਨ ਤੇ ਜਿਹੜੀ ਹੈ ਸਾਡਾ ਆਬਜੈਕਟਿਵ ਕਲੀਅਰ ਹੋਣਾ ਚਾਹੀਦਾ ਸਾਡੀ ਐਫਰਟਸ ਨੂੰ ਲੈ ਕੇ, ਵਿਚ ਇਜ਼ ਵੈਰੀ ਗੁੱਡ ਜੀ। ਥੈਂਕ ਯੂ ਵੈਰੀ ਮਚ ਵੀਰ ਜੀ, ਅਮੇਜ਼ਿੰਗ ਐਕਸਪੀਰੀਅੰਸ। ਤੇ ਜਿਹੜਾ ਰਾਈਟ ਨਾਓ ਸਾਰੇ ਬੱਚੇ ਜ਼ਰੂਰ ਜਾਣਨਾ ਚਾਹਣਗੇ ਜੀ ਅਬਾਊਟ ਦ ਡਿਫਰੈਂਟ ਟਾਈਪਸ ਆਫ ਅਵਾਰਡਸ ਜਿਹੜੇ ਤੁਹਾਡੇ ਕੋਲ ਹੈਗੇ ਨੇ। ਅਰਾਊਂਡ ਆਈ ਥਿੰਕ 350 ਵੀਰ ਜੀ ਕੋਲ ਇੰਨੇ ਸਾਰੇ ਅਵਾਰਡਸ ਹੈਗੇ ਨੇ। ਹੀ ਹੈਜ਼ ਅਰਨਡ ਸੋ ਮੈਨੀ ਅਵਾਰਡਸ। ਉਹਨਾਂ ਦੇ ਕੋਲ ਇਸ ਵੇਲੇ ਘਰ ਦੇ ਵਿੱਚ ਇੰਨੀ ਸਪੇਸ ਨਹੀਂ ਹੈਗੀ ਕਿ ਉਹ ਇਕੱਠਿਆਂ ਰੱਖ ਕੇ ਸਾਰੇ ਨਾਲ ਫੋਟੋ ਵੀ ਖਿਚਾ ਸਕਣ। So we will definitely ask Veerji to talk a little bit about his awards as well. ਹਾਂਜੀ, ਮੈਂ ਇਸ ਚੀਜ਼ ਬਾਰੇ ਦੱਸਣਾ ਚਾਹਾਂਗਾ ਵੀ ਜੇਕਰ ਮੇਰੇ ਕੋਲ 350 350 ਇਸ ਤੋਂ ਪਲੱਸ ਜਿਵੇਂ ਮੇਰੇ ਕੋਲ ਟਰੋਫੀਆਂ ਨੇ, ਇਨਾਮ, ਜੋ ਵੀ ਆਪਾਂ ਜ਼ਿੰਦਗੀ ਦੇ ਵਿੱਚ ਸਟਰਗਲ ਕੀਤਾ, ਦੇਖਣ ਦੇ ਵਿੱਚ ਅਸੀਂ ਸਾਰੇ ਆਮ ਹੀ ਆ। ਵੀ ਮੈਂ ਜਿਵੇਂ ਦਾ ਬੈਠਾ ਲੱਗ ਰਿਹਾ ਵੀ ਸ਼ਾਇਦ ਦਿਖਣ 'ਚ ਇਹ ਲੱਗੇ ਵੀ ਮੈਂ ਕੋਈ ਕੰਪੀਟੀਸ਼ਨ ਜ਼ਿੰਦਗੀ 'ਚ ਨਾ ਲੜਿਆ ਹੋਵੇ, ਪਰ ਦਿਖਣ ਦੇ ਵਿੱਚ ਔਰ ਪ੍ਰੈਕਟੀਕਲੀ ਲਾਈਫ ਦੇ ਵਿੱਚ ਬੜਾ ਫਰਕ ਹੁੰਦਾ। ਤੇ ਇਹਦੇ ਵਿੱਚ ਮੇਰਾ ਜ਼ਿੰਦਗੀ ਦਾ ਜਿਹੜਾ ਸ਼ੁਰੂਆਤੀ ਪੱਖ, ਜਦੋਂ ਮੈਂ ਸ਼ੁਰੂਆਤ ਕੀਤੀ ਉਦੋਂ ਨਿੱਕੇ ਨਿੱਕੇ ਕੰਪੀਟੀਸ਼ਨ ਤੋਂ ਸ਼ੁਰੂਆਤ ਕੀਤੀ। ਜ਼ਿੰਦਗੀ ਦੇ ਵਿੱਚ ਮੈਂ ਜਦ ਸਕੂਲ ਦੇ ਵਿੱਚ ਪੜ੍ਹਦਾ ਸੀ, ਮੇਰੇ ਉਸ ਵੇਲੇ ਵੀ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲ ਰਿਹਾ, ਇਸ ਵੇਲੇ ਵੀ ਹਰ ਇੱਕ ਦੇ ਯਾਰ ਦੋਸਤ ਹੁੰਦੇ ਨੇ, ਮੇਰੇ ਵੀ ਹੁੰਦੇ ਸੀ ਤੇ ਅੱਜ ਵੀ ਹੈਗੇ ਨੇ। ਪਰ ਉਹ ਆਪਣਾ ਮੈਂ ਕੀਮਤੀ ਟਾਈਮ ਆਪਣੀ ਜ਼ਿੰਦਗੀ ਦਾ ਕਿਸੇ ਦੇ ਨਾਲ ਰਫ ਬੇਫਾਲਤੂ ਗੱਲਾਂ ਕਰਕੇ ਮੈਂ ਨਹੀਂ ਸਪੈਂਡ ਕੀਤਾ। ਆਪਣੀ ਜ਼ਿੰਦਗੀ ਦਾ ਇੱਕ ਇੱਕ ਮਿੰਟ ਬਚਾ ਕੇ, ਮੈਂ ਇੱਕ ਇੱਕ ਮਿੰਟ ਦੀ ਕੀਮਤ ਸਮਝ ਕੇ ਇਸ ਇੱਕ ਇੱਕ ਮਿੰਟ ਨੂੰ ਗੁਰਬਾਣੀ, ਗੁਰੂ ਦੇ ਵੱਲ ਇਧਰਲੇ ਪਾਸੇ ਲਾਇਆ। ਜੇਕਰ ਮੈਂ ਫ੍ਰੀ ਟਾਈਮ ਹੁੰਦਾ ਸੀ, ਉਸ ਫ੍ਰੀ ਟਾਈਮ ਮੈਂ ਆਪਣੇ ਅੰਦਰ ਕੁਝ ਦੁਨਿਆਵੀ ਗੱਲਾਂ ਪਾਉਣ ਦੀ ਬਜਾਏ, ਜਾਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ, ਕੋਈ ਕਿਸੇ ਨਾਲ ਲੜ ਰਿਹਾ, ਕੋਈ ਝਗੜ ਰਿਹਾ, ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ, ਇਹ ਚੀਜ਼ਾਂ ਤੋਂ ਮੈਂ ਪਾਸੇ ਥੋੜਾ ਜਿਹਾ ਰਹਿੰਦਾ ਸੀ। ਵੀ ਮੈਂ ਉਹ ਚੀਜ਼ ਸੋਚਦਾ ਸੀ ਵੀ ਜਿਹੜੀ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣੀ, ਮੈਂ ਉਸ ਚੀਜ਼ ਨੂੰ ਲੈ ਕੇ ਹਮੇਸ਼ਾ ਉਹਦੇ ਉੱਤੇ ਫੋਕਸ ਕਰਦਾ ਸੀ। ਤੇ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਵੀ ਗੁਣ ਇਕੱਠੇ ਕਰਨੇ ਮੈਂ ਸੋਚ ਲਏ। ਵੀ ਜਿਵੇਂ ਸਿੱਖ ਦਾ ਮਤਲਬ ਆਪਾਂ ਸਾਰੇ ਜਾਣਦੇ ਹਾਂ ਵੀ ਸਿੱਖ ਦਾ ਮਤਲਬ ਆ ਸਿੱਖਣਾ। ਤੇ ਮੈਨੂੰ ਛੋਟੇ ਹੁੰਦਿਆਂ ਨੂੰ ਜ਼ਿਆਦਾ ਡੀਪਲੀ ਨਹੀਂ ਸੀ ਪਤਾ ਵੀ ਸਿੱਖ ਦਾ ਮਤਲਬ ਸਿੱਖਣਾ, ਪ੍ਰੈਕਟੀਕਲੀ ਲਾਈਫ ਕਿਵੇਂ ਜਿਉਣੀ। ਤੇ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਐਸੇ ਪੜਾਅ ਆਏ ਵੀ ਜਿਵੇਂ ਮੈਂ ਕਿਸੇ ਨੂੰ ਮਿਲਦਾ ਸੀ, ਮੈਨੂੰ ਕੋਈ ਵੀਰ ਭਰਾ ਪੁੱਛਦਾ ਸੀ ਵੀ ਵੀਰ ਜੀ ਤੁਸੀਂ ਇਹ ਕੰਮ ਕਰ ਲੈਂਦੇ ਹੋ, ਤੇ ਮੈਂ ਕਹਿੰਦਾ ਹੁੰਦਾ ਸੀ ਵੀ ਨਹੀਂ, ਮੈਨੂੰ ਨਹੀਂ ਆਉਂਦਾ। ਜੇ ਮੈਂ ਫਿਰ ਕਿਸੇ ਨੂੰ ਮਿਲਣਾ ਵੀ ਵੀਰ ਜੀ ਤੁਸੀਂ ਆਹ ਕਰ ਸਕਦੇ ਹੋ, ਮੈਂ ਸੋਚਦਾ ਸੀ ਵੀ ਨਹੀਂ। ਤੇ ਫਿਰ ਮੇਰੇ ਮਨ 'ਚ ਇਹ ਚੀਜ਼ ਆਈ ਵੀ ਜੇਕਰ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਚੀਜ਼ ਦਿੱਤੀ ਆ, ਇਹ ਨਾਮ ਦਿੱਤਾ ਵਾ ਵੀ ਇਹ ਸਿੱਖ ਨੇ, ਮੇਰੇ ਸਿੱਖ ਨੇ, ਹਨਾ। ਤੇ ਮੈਂ ਸੋਚਦਾ ਸੀ ਵੀ ਅਸੀਂ ਸੱਚੀ ਗੁਰੂ ਦੇ ਸਿੱਖ ਬਣਨ ਵਾਸਤੇ ਸਾਨੂੰ ਕੁਝ ਸਿੱਖਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਤੇ ਉਹ ਚੀਜ਼ਾਂ ਸਿੱਖਣ ਵਾਸਤੇ ਮੈਂ ਜ਼ਿੰਦਗੀ ਦੇ ਸ਼ੁਰੂਆਤੀ ਪੱਖ ਦੇ ਵਿੱਚ ਪਹਿਲਾਂ ਗੁਰਬਾਣੀ ਸਿੱਖੀ, ਗੁਰਬਾਣੀ ਕੰਠ ਕੀਤੀ। ਗੁਰਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਜਸਟ ਪੜ੍ਹੀ ਜਾਂਦੇ, ਪਰ ਗੁਰਬਾਣੀ ਕੀ ਆ ਵੀ ਗੁਰਬਾਣੀ ਨੂੰ ਸਮਝਣਾ ਹੁੰਦਾ। ਗੁਰਬਾਣੀ ਜੋ ਕਹਿ ਰਹੀ ਆ ਉਹ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੁੰਦਾ। ਵੀ ਜਿਵੇਂ ਗੁਰਬਾਣੀ ਗੁਰੂ ਕਹਿ ਰਹੀ ਆ ਵੀ ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ।
ਮੈਂ ਇਸ ਚੀਜ਼ ਨੂੰ ਫੋਲੋ ਕੀਤਾ, ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਲੈ ਕੇ ਆਇਆ ਵੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਨੂੰ ਪੜ੍ਹਨਾ ਨਹੀਂ, ਕਮਾਉਣਾ ਗੁਰਬਾਣੀ ਨੂੰ। ਜੋ ਗੁਰਬਾਣੀ ਗੁਰੂ ਨੇ ਕਿਹਾ, ਜੋ ਸਾਨੂੰ ਸਿੱਖ ਬਣਨ ਲਈ ਕਿਹਾ, ਉਸ ਸਿੱਖ ਬਣਨ ਵਾਸਤੇ ਸਟਰਗਲ ਕਰਨਾ ਪਿਆ ਵੀ ਜਿਵੇਂ ਮੈਂ ਗੁਰਬਾਣੀ ਪੜ੍ਹੀ, ਉਹਨੂੰ ਜ਼ਿੰਦਗੀ ਦੇ ਵਿੱਚ ਅਪਣਾਇਆ। ਗੁਰਬਾਣੀ ਗੁਰੂ ਨੇ ਮੈਨੂੰ ਕਿਹਾ ਵੀ ਇਹ ਆਦਤ ਤੇਰੀ ਮਾੜੀ ਆ, ਤੇ ਅਸੀਂ ਗੁਰਬਾਣੀ ਗੁਰੂ ਦੇ ਅਕੋਰਡਿੰਗ ਉਹ ਆਦਤ ਨੂੰ ਖਤਮ ਕਰ ਦਿੱਤਾ, ਉਸ ਆਦਤ ਨੂੰ ਚੇਂਜ ਕਰ ਲਿਆ। ਜੇ ਗੁਰਬਾਣੀ ਗੁਰੂ ਨੇ ਕਿਹਾ ਵਾ ਵੀ ਤੁਸੀਂ ਪ੍ਰਸ਼ਾਦਾ ਛਕਣ ਲੱਗਿਆ ਉਸ ਵਾਹਿਗੁਰੂ ਨੂੰ ਯਾਦ ਕਰਨਾ ਜਿਹਨੇ ਸਾਨੂੰ ਸਵਾਸ, ਰੋਟੀ ਸਾਰਾ ਕੁਝ ਦਿੱਤਾ, ਤੇ ਆਪਾਂ ਉਸ ਚੀਜ਼ ਨੂੰ ਅਪਣਾਇਆ। ਜੋ ਗੁਰਬਾਣੀ ਨੇ ਨਿੱਕੇ ਨਿੱਕੇ ਗੁਣ ਗੁਰਬਾਣੀ ਦੇ ਕੋਲੋਂ ਜੋ ਵੀ ਜ਼ਿੰਦਗੀ ਦੇ ਵਿੱਚ ਸਿੱਖਿਆ, ਤੇ ਜੇ ਦਸਤਾਰ ਬੰਨਣੀ ਸ਼ੁਰੂ ਕੀਤੀ ਗੁਰਬਾਣੀ ਗੁਰੂ ਦਾ ਓਟ ਆਸਰਾ ਲੈ ਕੇ, ਤੇ ਦਸਤਾਰ ਕੰਪੀਟੀਸ਼ਨ ਲੜੇ। ਫਿਰ ਖੇਡਾਂ ਗੇਮਾਂ ਦੇ ਵਿੱਚ ਮੈਂ ਕਾਫੀ ਕੰਪੀਟੀਸ਼ਨ ਲੜੇ, ਤੇ ਕੰਪੀਟੀਸ਼ਨ ਪਾਰਟੀਸਪੇਟ ਕੀਤਾ, ਫਿਰ ਹਨਾ ਵਿਨ ਕੀਤਾ ਇਹਨਾਂ ਚੀਜ਼ਾਂ ਦੇ ਵਿੱਚ। ਫਿਰ ਨਾਲ ਦੀ ਨਾਲ ਜਿਵੇਂ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਬੁਲਟ ਬਾਈਕ ਸਟੰਟ ਵੀ ਕਰਦਾ ਰਿਹਾ, ਹੁਣ ਵੀ ਕਰਦਾ। ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਸਟਰਗਲ ਕੀਤਾ। ਫਿਰ ਇਸ ਤੋਂ ਬਾਅਦ ਉਰਦੂ ਸਿੱਖਿਆ। ਦੇਖਣ 'ਚ ਲੱਗਦਾ ਵਾ ਵੀ ਸ਼ਾਇਦ ਅਸੀਂ ਸਾਰੇ ਇਨਸਾਨ ਦੇਖਣ ਦੇ ਵਿੱਚ ਸਾਰੇ ਇੱਕ ਦੂਜੇ ਦੇ ਵਰਗੇ ਹੀ ਸੇਮ ਫੇਸ ਲੱਗਦੇ ਸਾਡੇ। ਜਿਵੇਂ ਤੁਹਾਡੇ ਹੱਥ ਆ ਉਵੇਂ ਮੇਰੇ ਹੱਥ ਆ, ਜਿਵੇਂ ਤੁਹਾਡੇ ਪੈਰ ਉਵੇਂ ਮੇਰੇ ਪੈਰ, ਹਰ ਇੱਕ ਦਾ ਅਸੀਂ ਮਨੁੱਖਾ ਜਨਮ ਜਿਵੇਂ ਸਾਰੇ ਸੇਮ ਹੀ ਆ, ਪਰ ਸਾਡਾ ਫਰਕ ਚੇਂਜਿੰਗ ਕਿੱਥੇ ਹੁੰਦੀ ਆ ਵੀ ਇੱਕ ਬੰਦਾ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਉਸ ਚੀਜ਼ ਨੂੰ ਟਾਈਮ ਦੇ ਰਿਹਾ, ਤੇ ਇੱਕ ਬੰਦਾ ਉਹ ਕੀਮਤੀ ਟਾਈਮ ਨੂੰ ਵਿਅਰਥ ਕਰ ਰਿਹਾ ਹਨਾ। ਅਜਾਈ ਵੀ ਜਿਵੇਂ ਆਪਾਂ ਸਮੇਂ ਦੀ ਕੀਮਤ ਨੂੰ ਨਾ ਸਮਝਣਾ, ਵੀ ਆਪਾਂ ਸੋਚ ਲੈਂਦੇ ਹਾਂ ਵੀ ਚਲੋ ਆਪਾਂ ਮੂਵੀ ਦੇਖ ਲਈਏ, ਇਵੇਂ ਹੀ ਕਰਦੇ ਆਪਾਂ। ਕੀਮਤੀ ਸਮਾਂ ਹੁੰਦਾ ਸਾਡਾ ਇਹ। ਬਚਪਨ ਦੇ ਵਿੱਚ ਬੰਦਾ ਬੜਾ ਕੁਝ ਸਿੱਖ ਸਕਦਾ, ਜਦੋਂ ਬੰਦਾ ਵੱਡਾ ਹੋ ਜਾਂਦਾ ਫਿਰ ਉਹਨੂੰ ਟਾਈਮ ਨਹੀਂ ਮਿਲਦਾ, ਸਿੱਖਣਾ ਚਾਹੁੰਦਾ ਹੁੰਦਾ ਪਰ ਟਾਈਮ ਨਹੀਂ ਮਿਲਦਾ। ਤੇ ਜਿਹੜਾ ਬੱਚਿਆਂ ਦਾ ਟਾਈਮ ਹੁੰਦਾ ਵਾ 10 ਸਾਲ ਤੋਂ ਉੱਪਰ, 10 ਸਾਲ 12 ਸਾਲ 15 ਸਾਲ 20 ਸਾਲ 25 ਸਾਲ ਤੱਕ ਨਾ, ਇਹ ਬੱਚਿਆਂ ਦਾ ਟਾਈਮ ਐਸਾ ਹੁੰਦਾ ਵਾ ਵੀ ਇਹਨਾਂ ਬੱਚਿਆਂ ਨੂੰ ਕੰਮ ਦੀ ਜ਼ਿੰਮੇਵਾਰੀ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ, ਇਹਨਾਂ ਕੋਲ ਖੁੱਲਾ ਟਾਈਮ ਹੁੰਦਾ, ਤੇ ਇਸ ਖੁੱਲੇ ਟਾਈਮ ਦੇ ਵਿੱਚ ਇਹ ਕੀਮਤੀ ਟਾਈਮ ਆਪਣੇ ਆਪ ਤੇ ਲਾ ਸਕਦੇ ਆ। ਜੇ ਬੱਚਾ ਜੇ ਸੋਚੇ ਵੀ ਮੈਂ ਆ ਬਣਨਾ, ਤੇ ਉਹ ਬੜੇ ਸੌਖੇ ਤਰੀਕੇ ਦੇ ਨਾਲ ਬਣ ਸਕਦਾ। ਤੇ ਉਸ ਟਾਈਮ ਤੇ ਇਹ ਕੀਮਤੀ ਟਾਈਮ ਇਹਦਾ ਮੈਂ ਲਾਹਾ ਲਿਆ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ, ਤੇ ਨਿੱਕੇ ਨਿੱਕੇ ਗੁਣ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਇਆ। ਹੁਣ ਵੀ ਜਦੋਂ ਕਿਸੇ ਚੀਜ਼ ਨੂੰ ਦੇਖੀਦਾ ਤੇ ਮਨ 'ਚ ਇਹ ਚਾਅ ਪੈਦਾ ਹੁੰਦਾ ਵਾ ਵੀ ਇਹ ਚੀਜ਼ ਵੀ ਆਪਾਂ ਕਰਨੀ, ਸਿੱਖਣੀ। ਵਿਚਰਦਿਆਂ ਮੇਰੇ ਮਨ 'ਚ ਇਹੀ ਆਉਂਦਾ ਵਾ ਵੀ ਜੇਕਰ ਦੁਨੀਆ ਦਾ ਕੋਈ ਬੰਦਾ ਕਿਸੇ ਜਗ੍ਹਾ ਮੈਨੂੰ ਇਹ ਪੁੱਛੇ ਵੀ ਵੀਰ ਜੀ ਤੁਸੀਂ ਆਹ ਕੰਮ ਕਰ ਸਕਦੇ ਹੋ, ਤੇ ਮੈਂ ਸੋਚਦਾ ਵਾਂ ਵੀ ਮੈਂ ਉੱਥੇ ਇਹ ਕਵਾਂ ਵੀ ਮੈਨੂੰ ਇਹ ਕੰਮ ਆਉਂਦਾ। ਮੇਰੇ ਕੋਲ ਨਾ ਹੋ ਸਕੇ, ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਕਰਨ ਵਾਸਤੇ ਮੈਂ ਆਪਣੇ ਆਪ ਨੂੰ ਟਾਈਮ ਦਿੰਦਾ ਰਹਿੰਦਾ ਅੱਜ ਵੀ। ਤੇ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਨਿੱਕੇ ਨਿੱਕੇ ਗੁਣ ਹਨਾ ਆਪਾਂ ਸਿੱਖ ਰਹੇ ਹਾਂ। ਹਰ ਇੱਕ ਦੇ ਕੋਲੋਂ ਸਿੱਖ ਦਾ ਮਤਲਬ ਹਰ ਇੱਕ ਦੇ ਕੋਲੋਂ ਸਿੱਖਣਾ, ਤੇ ਗੁਰੂ ਦੇ ਕੋਲੋਂ ਸਿੱਖਣਾ। ਗੁਰਬਾਣੀ ਕੰਠ ਕੀਤੀ, ਗੁਰਬਾਣੀ ਕੰਠ ਹਨਾ ਮੁਕਾਬਲਾ ਜਿਵੇਂ ਕੰਪੀਟੀਸ਼ਨ ਆ ਮੈਂ ਲੜਿਆ ਆਲ ਇੰਡੀਆ ਦੇ ਵਿੱਚੋਂ 3 ਵਾਰੀ ਫਸਟ ਆਇਆ। 52 ਗੁਰਬਾਣੀ ਕੰਠ, ਜਿੰਨੇ ਵੀ ਮੇਰੇ ਪਿੱਛੇ ਪਾਵਰ ਆ ਜਾਂ ਜੋ ਮੈਂ ਬੋਲ ਰਿਹਾ, ਇਹ ਸਿਰਫ ਗੁਰਬਾਣੀ ਦੇ ਸਦਕਾ। ਗੁਰਬਾਣੀ ਗੁਰੂ ਨੇ ਸਾਨੂੰ ਬੋਲਣਾ ਔਰ ਪ੍ਰੈਕਟੀਕਲ ਜੀਵਨ ਕਿਵੇਂ ਕਮਾਉਣਾ ਇਹ ਸਿਖਾਇਆ। ਵੈਰੀ ਗੁੱਡ ਵੀਰ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਦਿਸ ਵਾਸ ਰੀਅਲੀ ਅਮੇਜ਼ਿੰਗ ਹੈ ਨਾ। ਅਸੀਂ ਸਾਰੇ ਜਣੇ ਵੀ ਆਰ ਟਰਾਈਂਗ ਆਵਰ ਬੈਸਟ ਵੀਰ ਜੀ ਥਰੂ ਥੀਸ ਸੈਸ਼ਨਸ। ਦੈਟਸ ਦ ਹੋਲ ਮੋਟਿਵ ਆਫ ਰਨਿੰਗ ਦ ਸਿੱਖ ਟੀਚਿੰਗ ਪਲੇਟਫਾਰਮ, ਕਿ ਅਸੀਂ ਸਾਰੇ ਇੱਕ ਦੂਜੇ ਤੋਂ ਲਰਨ ਕਰ ਸਕੀਏ। We are all trying our best ਕਿ ਅਸੀਂ ਸਾਰੇ ਇੱਕ ਦੂਜੇ ਨਾਲ together, there is lot of learning, we share our experiences, we try to learn from ਗੁਰਬਾਣੀ। ਤੇ ਤੁਹਾਡੇ ਜੀਵਨ ਦੇ ਵਿੱਚ ਦੇਖ ਕੇ ਇਦਾਂ ਲੱਗਿਆ ਕਿ that's what you have done ਹੈ ਨਾ। ਪ੍ਰੈਕਟੀਕਲੀ ਸਾਨੂੰ ਤੁਹਾਡੇ ਨਾਲ ਮਿਲ ਕੇ ਇਦਾਂ ਲੱਗ ਰਿਹਾ ਕਿ ਵੀ what we are trying to do, you are right there in front of us, ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਪਹਿਲਾਂ you started learning ਗੁਰਬਾਣੀ ਨੂੰ ਤੁਸੀਂ ਆਪਣੇ ਜੀਵਨ ਦਾ ਆਧਾਰ ਬਣਾਇਆ, that help you go on in the life, the journey of life। ਤੁਸੀਂ different sphere of life ਦੇ ਵਿੱਚ ਬੜਾ ਕੁਝ ਅਚੀਵ ਕੀਤਾ, ਬਟ ਤੁਹਾਡੇ ਕੋਲ ਜਿਹੜਾ strength ਸੀਗਾ ਉਹ ਗੁਰਬਾਣੀ ਦਾ ਹਮੇਸ਼ਾ ਨਾਲ ਰਿਹਾ, and that helped you, didn't matter what you did।
ਹਨਾ, ਕੁਛ ਵੀ ਤੁਸੀਂ ਕਰਦੇ ਰਹੇ, ਕਿਤੇ ਵੀ ਜਾਂਦੇ ਰਹੇ, ਭਾਵੇਂ ਉਹ ਖੇਡਾਂ ਸੀ, ਭਾਵੇਂ ਉਹ ਦਸਤਾਰ ਮੁਕਾਬਲੇ ਸੀ, ਭਾਵੇਂ ਉਹ ਗੁਰਬਾਣੀ ਕੰਠ ਮੁਕਾਬਲੇ ਸੀ, ਜਾਂ ਕਿਸੇ ਵੀ ਹੋਰ ਕਿਸਮ ਦੇ ਮੁਕਾਬਲਿਆਂ ਜਿਨ੍ਹਾਂ 'ਚ ਤੁਸੀਂ ਪਾਰਟਿਸਿਪੇਸ਼ਨ ਕੀਤੀ, ਕਿਉਂਕਿ ਗੁਰਬਾਣੀ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਨਾਲ ਰੱਖਦੇ ਰਹੇ ਔਰ ਰੱਖਦੇ ਹੁਣ ਵੀ ਰੱਖ ਰਹੇ ਹੋ। ਉਹ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਵਾਸਤੇ ਇੱਕ ਇਟਸ ਅ ਵੈਰੀ ਇੰਪੋਰਟੈਂਟ ਲੈਸਨ, ਕਿ ਜਿੰਨਾ ਚਿਰ ਤੱਕ ਅਸੀਂ ਇਸ ਵਿਸ਼ਵਾਸ ਦੇ ਨਾਲ, ਫੇਥ ਦੇ ਨਾਲ ਕਿ ਸਾਡੀ ਗੁਰਬਾਣੀ ਜੋ ਹੈ ਉਹ ਸਾਨੂੰ ਫਿਜ਼ੀਕਲੀ, ਸਾਨੂੰ ਮੈਂਟਲੀ ਇੱਕ ਸਟਰੈਂਥ ਪ੍ਰੋਵਾਈਡ ਕਰਦੀ ਹੈ, ਤੇ ਅਸੀਂ ਗੁਰਬਾਣੀ ਨੂੰ ਆਪਣਾ ਲਾਈਫ ਦਾ ਡਰਾਈਵਰ ਬਣਾ ਕੇ ਵੀ ਕੈਨ ਡੂ ਐਨੀਥਿੰਗ ਵੀ ਵਾਂਟ ਟੂ ਡੂ, ਬਟ ਮੇਜਰ ਥਿੰਗ ਇਜ਼ ਵੀ ਨੀਡ ਟੂ ਹੈਵ ਅ ਵੈਰੀ ਗੁੱਡ ਫੋਕਸ, ਵਿਚ ਇਜ਼ ਵੈਰੀ ਗੁੱਡ ਜੀ। ਲੋਟਸ ਆਫ ਕੁਐਸਚਨਸ ਅਬਾਊਟ ਤੁਹਾਡੇ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਬਾਰੇ ਵੀਰ ਜੀ, ਸਾਰੇ ਪੁੱਛਣਾ ਚਾਹੁੰਦੇ ਨੇ ਕਿ ਉਹ ਤੁਹਾਨੂੰ ਮੋਟੀਵੇਸ਼ਨ ਕਿਵੇਂ ਮਿਲੀ, ਕਿੱਥੋਂ ਆਈ, ਤੇ ਤੁਸੀਂ ਕਿੰਨਾ ਚਿਰ ਐਫਰਟ ਕੀਤਾ, ਤੇ ਜਿਹੜੀ ਤੁਸੀਂ ਦਸਤਾਰ ਵਾਈਲ ਰਾਈਡਿੰਗ ਅ ਬਾਈਕ ਤੇ ਫਿਰ ਸਟੈਂਡਿੰਗ ਔਨ ਅ ਲੈਡਰ ਯੂ ਡਿਡ ਦੈਟ, ਉਹ ਕਿੰਨੀ ਲੰਬੀ ਪੱਗ ਸੀਗੀ ਤੇ ਉਹ ਕਿਵੇਂ ਹੋਇਆ? ਸੋ ਉਹ ਚੀਜ਼ ਅਸੀਂ ਜਿਹੜਾ ਸ਼ੇਅਰ ਕਰਾਂਗੇ ਜੀ। ਵੀਰ ਜੀ ਕੋਲ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਹੈਗਾ ਫॉर tying a turban while riding a bike and standing on top of a ladder. So Virji will share some of that experience with us now. ਹਾਂਜੀ, ਛੋਟੇ ਹੁੰਦਿਆਂ ਵੀ ਸਾਡੇ ਨਾ ਇੱਕ ਸਕੂਲ ਤੋਂ ਅਸੀਂ ਇੱਕ ਕੰਪੀਟੀਸ਼ਨ ਲਈ ਗਏ, ਤਰਨ ਤਾਰਨ ਗਏ। ਸਾਡੇ ਨਾ ਪਿੰਡ ਤੋਂ 20 ਕਿਲੋਮੀਟਰ ਦੂਰ ਉੱਥੇ ਕੰਪੀਟੀਸ਼ਨ ਹੋ ਰਿਹਾ ਸੀ, ਤੇ ਉੱਥੇ 15 ਅਗਸਤ ਦੇ ਕੰਪੀਟੀਸ਼ਨ ਤੋਂ ਬਾਅਦ ਮੈਂ ਦੇਖਿਆ ਵੀ ਜਿਵੇਂ ਆਪਣੇ ਜਿਹੜੇ ਮੁੱਖ ਮਹਿਮਾਨ ਆਉਂਦੇ ਆ, ਉਸ ਵੇਲੇ ਜਿੰਨੇ ਵੀ ਸਰੋਤੇ ਉੱਥੇ ਬੈਠੇ ਸਨ, ਇੱਕ ਸਟੇਡੀਅਮ ਸੀ, ਉਸ ਸਟੇਡੀਅਮ ਦੇ ਵਿੱਚ ਇੱਕ ਉਹਨਾਂ ਨੇ ਨਾ ਪਟਿਆਲੇ ਤੋਂ ਕੋਈ ਵੀਰ ਬੁਲਾਇਆ, ਤੇ ਉਸ ਵੀਰ ਦਾ ਨਾਮ ਸੀ ਬੱਗਾ ਸਿੰਘ, ਕੋਈ ਪਟਿਆਲੇ ਤੋਂ, ਪੰਜਾਬ ਪੁਲਿਸ ਦੇ ਵਿੱਚ ਸੀ। ਤੇ ਉਹਨੇ ਕੀ ਕੀਤਾ ਵਾ ਵੀ ਉਹ ਸਟੇਡੀਅਮ ਦੇ ਵਿੱਚ ਉਹਨੇ ਖੜ ਕੇ ਜਿਵੇਂ ਬੁਲਟ ਚਲਾਇਆ, ਤੇ ਮੈਂ ਦੇਖਿਆ ਵੀ 2010 ਦੀ ਗੱਲ ਆ, ਸਕੂਲ ਟਾਈਮ ਮੈਂ ਉਦੋਂ ਗਿਆ ਸੀ, ਤੇ ਉਦੋਂ ਉਹਨੇ ਉਸ ਬੁਲਟ ਦੇ ਉੱਪਰ ਖੜ ਕੇ ਚਲਾਇਆ, ਤੇ ਮੈਂ ਸੋਚਦਾ ਰਿਹਾ ਵੀ ਇੱਕ ਬੰਦਾ ਉਹਨੂੰ ਇੱਕ ਬਾਈਕ ਤੋਂ ਹੱਥ ਛੱਡਣੇ, ਇੱਕ ਬੁਲਟ ਤੋਂ ਹੱਥ ਛੱਡਣੇ ਬੜੇ ਟਫ ਹੁੰਦੇ, ਇਹ ਬੰਦਾ ਸੀਟ ਦੇ ਉੱਪਰ ਖੜ ਕਿਵੇਂ ਗਿਆ? ਤੇ ਮੈਂ ਉਹਨੂੰ ਦੇਖਿਆ, ਤੇ ਮੈਨੂੰ ਉਦੋਂ ਬਾਈਕ ਚਲਾਉਣ ਦੀ ਜਾਚ ਨਹੀਂ ਸੀ 2010 ਦੇ ਵਿੱਚ, ਤੇ 2010 ਦੇ ਵਿੱਚ ਦੇਖਣ ਤੋਂ ਬਾਅਦ ਮੇਰੇ ਅੰਦਰ ਇੱਕ ਕੁਐਸਚਨ ਪੈਦਾ ਹੋਇਆ ਵੀ ਇਹ ਬੰਦਾ ਹੱਥ ਛੱਡ ਕੇ ਬਾਈਕ ਦੇ ਉੱਪਰ ਖੜ ਕਿਵੇਂ ਗਿਆ? ਤੇ ਮੈਂ ਬੜਾ ਟਾਈਮ ਸੋਚਿਆ, 1 ਸਾਲ ਮੈਂ ਇਸ ਚੀਜ਼ ਦੇ ਉੱਤੇ, ਮੈਂ ਜਿਹੜਾ ਵੀ ਕੰਮ ਕਰਨਾ ਮੈਂ ਸੋਚਦਾ ਰਹਿੰਦਾ ਸੀ ਵੀ ਬੰਦਾ ਹੱਥ ਕਿਵੇਂ ਛੱਡ ਸਕਦਾ ਬਾਈਕ ਤੋਂ। ਤੇ ਉਸ ਤੋਂ ਬਾਅਦ ਕੀ ਹੋਇਆ ਵੀ ਮੈਨੂੰ 2012 ਚ ਨਵੀਂ ਬਾਈਕ ਚਲਾਉਣ ਦੀ ਜਾਚ ਆਈ। ਮੈਂ ਕਿਸੇ ਵੀਰ ਕੋਲੋਂ ਸਿੱਖੀ ਸੀ, ਤੇ ਮੈਂ ਕਿਸੇ ਵੀਰ ਨੂੰ ਕਿਹਾ ਵੀ ਮੈਂ ਹਨਾ ਜਿਹੜੇ ਵੀ ਮੈਨੂੰ ਵੀਰ ਦੀ ਬਾਈਕ ਮਿਲਣੀ ਮੈਂ ਚਲਾਉਣ ਵਾਸਤੇ ਲੈ ਜਾਇਆ ਕਰਨਾ। 2012 ਚ ਮੇਰੇ ਮਨ ਚ ਚਾਅ ਪੈਦਾ ਹੋਇਆ ਵੀ ਉਹ ਬੰਦਾ ਕਿਵੇਂ ਖੜਾ ਸੀ, ਤੇ ਮੈਂ ਉਸ ਬਾਈਕ ਦੇ ਉੱਪਰ ਨਾ ਬੈਠ ਕੇ ਹੱਥ ਛੱਡੇ, ਤੇ ਮੈਨੂੰ ਬੜਾ ਮਜ਼ਾ ਆਇਆ ਵੀ ਮੈਂ ਸੋਚਿਆ ਵੀ ਹੱਥ ਛੱਡ ਕੇ ਬਾਈਕ ਚਲਾਉਣੀ ਕਿੰਨੀ ਵਧੀਆ ਲੱਗਦੀ। ਤੇ ਉਸ ਤੋਂ ਬਾਅਦ ਬਾਈਕ ਦੇ ਉੱਪਰ ਨਾ ਮੈਂ ਪੈਰ ਰੱਖ ਕੇ ਥੋੜਾ ਜਿਹਾ ਉੱਪਰ ਹੋਇਆ, ਤੇ ਬਾਈਕ ਜਿਵੇਂ ਡੋਲਦੀ ਸੀ, ਮੈਨੂੰ ਡਰ ਲੱਗਦਾ ਸੀ ਵੀ ਹਨਾ ਬੜਾ ਔਖਾ ਖਲੋਣਾ। ਤੇ ਉਸ ਤੋਂ ਬਾਅਦ ਮੈਂ ਕੰਬਦਾ ਫਿਰ ਬਾਈਕ ਦੇ ਉੱਪਰ ਥੋੜਾ ਜਿਹਾ ਉੱਪਰ ਹੋਇਆ, ਫਿਰ ਉਸ ਤੋਂ ਬਾਅਦ ਮੈਂ ਸਾਹ ਲੈ ਕੇ ਫਿਰ ਥੋੜਾ ਜਿਹਾ ਉੱਪਰ ਹੋਇਆ, ਫਿਰ ਮੈਂ ਖਲੋ ਗਿਆ, ਪਰ ਮੇਰੇ ਤੋਂ ਪੂਰਾ ਮੈਂ ਸਿੱਧੇ ਤਰੀਕੇ ਦੇ ਨਾਲ ਨਹੀਂ ਖਲੋ ਸਕਿਆ, ਵੀ ਜਿਵੇਂ ਥੋੜਾ ਜਿਹਾ ਬੈਂਡ ਹੋ ਕੇ ਮੈਂ ਖਲੋਤਾ ਬਾਈਕ ਦੇ ਉੱਪਰ। ਤੇ ਮੈਨੂੰ ਬੜਾ ਚੰਗਾ ਲੱਗਾ ਵੀ ਮੈਂ ਸੋਚਿਆ ਵੀ ਮੈਂ ਕਰ ਸਕਦਾ ਇਹ ਚੀਜ਼। ਤੇ ਉਸ ਤੋਂ ਬਾਅਦ ਮੈਂ ਨਾ ਆਪਣੇ ਘਰਦਿਆਂ ਨੂੰ ਨਾ ਦੱਸਣਾ ਵੀ ਹਨਾ, ਵੀ ਜਿਵੇਂ ਘਰ ਦੇ ਇਸ ਚੀਜ਼ ਲਈ ਮਨਾ ਕਰਦੇ ਸੀ ਵੀ ਇਹ ਸਹੀ ਨਹੀਂ ਹੈਗਾ ਸਟੰਟ ਕਰਨੇ, ਵੀ ਨਹੀਂ ਹਨਾ। ਤੇ ਮੈਂ ਨਾ ਸਾਡੇ ਪਿੰਡ ਤੋਂ ਦੂਰ ਜਾ ਕੇ ਮੈਂ ਕਿਸੇ ਸੜਕ ਦੇ ਉੱਪਰ ਖੜ ਕੇ ਕੋਸ਼ਿਸ਼ ਸ਼ੁਰੂ ਕੀਤੀ ਕਰਨੀ, ਤੇ ਕੋਸ਼ਿਸ਼ ਕਾਮਯਾਬ ਹੋ ਗਈ। ਦਿਨ ਰਾਤ ਇੱਕ ਕੀਤਾ, ਜਦੋਂ ਮੈਨੂੰ ਕਿਸੇ ਦੀ ਬਾਈਕ ਮਿਲਣੀ ਮੈਂ ਖਲੋਣਾ ਸ਼ੁਰੂ ਕਰ ਦਿੱਤਾ। ਤੇ ਖਲੋਂਦਿਆਂ ਮੇਰੇ ਮਨ ਚ ਆਇਆ ਵੀ ਮੈਂ ਕਿਸੇ ਦੀ ਕਾਪੀ ਮਾਰੀ ਆ। ਕੋਈ ਬੰਦਾ ਖਲੋਤਾ ਸੀ ਤੇ ਮੈਂ ਵੀ ਖਲੋ ਗਿਆ, ਤੇ ਸਾਡੇ ਚ ਫਰਕ ਕੁਝ ਨਹੀਂ ਹੈ, ਉਹ ਵੀ ਖਲੋਤਾ ਮੈਂ ਵੀ ਖਲੋਤਾ, ਸਾਡੀ ਪਛਾਣ ਕੋਈ ਨਹੀਂ। ਤੇ ਮੈਂ ਸੋਚਿਆ ਵੀ ਕੁਝ ਯੂਨੀਕ ਕਰਨਾ ਵੀ ਜਿਹਦੇ ਨਾਲ ਉਹ ਬੰਦੇ ਦੀ ਔਰ ਮੇਰੇ ਬੰਦੇ ਦੀ ਪਛਾਣ ਦੇ ਵਿੱਚ ਫਰਕ ਪਵੇ।
ਕੁਝ ਪਲੱਸ ਕਰਨਾ। ਤੇ ਦੁਨੀਆ ਤੇ ਮੈਂ ਜਿੰਨੇ ਵੀ ਬੰਦੇ ਵੇਖੇ ਸੀ ਬਾਈਕ ਦੇ ਉੱਪਰ ਖਲੋਂਦੇ ਹੋਏ, ਉਹ ਸਿਰਫ ਇੱਕ ਬੰਦਾ ਹੀ ਮੈਂ ਵੇਖਿਆ ਸੀ, ਇੱਕ ਬੰਦਾ ਖੜਨਾ ਹਨਾ, ਵੱਖਰੇ ਵੱਖਰੇ ਬੁਲਟ ਦੇ ਉੱਪਰ ਜਾਂ ਬਾਈਕ ਦੇ ਉੱਪਰ ਇੱਕ ਇੱਕ ਬੰਦਾ ਖੜਾ ਹੋਣਾ। ਮੈਂ ਸੋਚਿਆ ਵੀ ਕਿਉਂ ਨਾ ਇੱਕ ਬਾਈਕ ਦੇ ਉੱਪਰ 2 ਜਾਣੇ ਖੜੇ ਹੋ ਸਕੀਏ। ਉਸ ਚੀਜ਼ ਦੀ ਪ੍ਰੈਕਟਿਸ ਕੀਤੀ। ਮੈਂ ਆਪਣੇ ਨਾਲ ਨਿੱਕੇ ਭਰਾ ਅਰਜਨ ਸਿੰਘ ਸਰਹਾਲੀ, ਮੇਰਾ ਛੋਟਾ ਭਰਾ, ਆਪਣੇ ਛੋਟੇ ਭਰਾ ਨੂੰ ਨਾਲ ਲਿਆ। ਮੈਂ ਕਿਹਾ ਵੀ ਆਪਾਂ ਪ੍ਰੈਕਟਿਸ ਸ਼ੁਰੂ ਕਰੀਏ। ਤੇ ਉਹਦਾ ਮੇਰੇ ਨਾਲ ਚੰਗੀ ਬੌਂਡਿੰਗ ਉਹਦੀ ਮੇਰੇ ਨਾਲ, ਵੀ ਅਸੀਂ ਜਿਹੜਾ ਵੀ ਕੰਮ ਕਰਦੇ ਅਸੀਂ ਰਲ ਕੇ ਕਰਦੇ। ਤੇ ਬੁਲਟ ਬਾਈਕ ਸਟੰਟ ਕਰਨੇ ਸ਼ੁਰੂ ਕੀਤੇ। ਫਿਰ 2016 ਚ ਇੱਕ ਬੁਲਟ ਮੋਟਰਸਾਈਕਲ ਜਿੱਤਿਆ ਅਸੀਂ ਆਲ ਇੰਡੀਆ ਦਸਤਾਰ ਕੰਪੀਟੀਸ਼ਨ ਦੇ ਵਿੱਚੋਂ। ਤੇ ਸਾਨੂੰ ਬੁਲਟ ਦੇ ਉੱਪਰ ਖਲੋਣਾ ਸੌਖਾ ਲੱਗਦਾ ਸੀ, ਵੀ ਕਿਉਂਕਿ ਬਾਈਕ ਡੋਲਦੀ ਸੀ, ਜਿਹੜਾ ਬੁਲਟ ਹੁੰਦਾ ਉਹ ਥੋੜਾ ਜਿਹਾ ਜੰਮ ਕੇ ਚੱਲਦਾ। ਤੇ ਉਹਦੇ ਉੱਪਰ ਅਸੀਂ ਖਲੋਣਾ ਸ਼ੁਰੂ ਕੀਤਾ। ਮੇਰੇ ਨਾਲ ਮੇਰਾ ਛੋਟਾ ਭਰਾ ਨਾਲ ਖਲੋਣਾ ਸ਼ੁਰੂ ਕੀਤਾ। ਫਿਰ ਅਸੀਂ ਸੋਚਿਆ ਵੀ ਸਾਨੂੰ ਦੋਵਾਂ ਨੂੰ ਕੋਈ ਕਾਪੀ ਮਾਰ ਕੇ ਸਟੰਟ ਕਰ ਸਕਦਾ। ਅਸੀਂ ਇਸ ਤੋਂ ਪਹਿਲਾਂ 3 ਜਾਣੇ ਖਲੋ ਗਏ। 3 ਜਾਣਿਆਂ ਤੋਂ ਬਾਅਦ ਅਸੀਂ ਸੋਚਿਆ ਵੀ ਕੁਝ ਹੋਰ ਯੂਨੀਕ ਕਰਨਾ। ਇਸ ਤੋਂ ਬਾਅਦ ਅਸੀਂ 4 ਜਾਣੇ ਖਲੋ ਗਏ ਇੱਕ ਬਾਈਕ ਦੇ ਉੱਪਰ। ਤੇ ਇਸ ਤੋਂ ਬਾਅਦ ਅਸੀਂ ਹੋਰ ਕੋਸ਼ਿਸ਼ ਕੀਤੀ ਤੇ ਇੱਕ ਬਾਈਕ ਦੇ ਉੱਪਰ ਅਸੀਂ ਅੱਜ 5 ਜਾਣੇ ਖਲੋ ਜਾਂਦੇ ਹਾਂ। ਮੈਨੂੰ ਪਾਣੀ ਪੈਟਰੋਲ ਵਾਲੀ ਜਿਹੜੀ ਟੰਕੀ ਹੁੰਦੀ ਆ ਉਹਦੇ ਉੱਪਰ ਮੈਂ ਖਲੋਨਾ ਤੇ ਮੇਰੇ ਪਿੱਛੇ 4 ਜਾਣੇ ਹੋਰ ਵੀਰ ਖਲੋ ਜਾਂਦੇ ਨੇ। ਇਸ ਤੋਂ ਬਾਅਦ ਅਸੀਂ ਸੋਚਿਆ ਵੀ ਬਾਈਕ ਦੇ ਉੱਪਰ ਤੇ ਸਾਰੇ ਖੜ ਜਾਂਦੇ ਨੇ, ਕਿਉਂ ਨਾ ਯੂਨੀਕ ਕੰਮ ਕੀਤਾ ਜਾਵੇ। ਉਸ ਬੁਲਟ ਦੇ ਉੱਪਰ ਅਸੀਂ ਕਿਸੇ ਵੈਲਡਰ ਜਿਹੜਾ ਸ਼ਾਪ ਹੁੰਦੀ ਆ, ਵੈਲਡਿੰਗ ਸ਼ਾਪ ਦੇ ਉੱਪਰ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੌੜੀ ਫਿੱਟ ਕਰਾਉਣੀ ਆ। ਤੇ ਉਹਨਾਂ ਨੇ ਸਾਡੇ ਦੱਸਣ ਮੁਤਾਬਿਕ ਪੌੜੀ ਫਿੱਟ ਕਰ ਦਿੱਤੀ ਬੁਲਟ ਦੇ ਉੱਪਰ। ਪਰ ਸਾਨੂੰ ਪਤਾ ਨਹੀਂ ਸੀ ਵੀ ਬੁਲਟ ਦੇ ਉੱਪਰ ਚੜ੍ਹ ਕੇ ਪੌੜੀ ਦੇ ਉੱਪਰ ਕਿਵੇਂ ਚੜ੍ਹਨਾ। ਤੇ ਅਸੀਂ ਸੋਚਦੇ ਰਹੇ, ਨਾ ਸਾਨੂੰ ਕੋਈ ਗਾਈਡ ਕਰਨ ਵਾਲਾ ਸੀ। ਤੇ 2-4 ਮਹੀਨੇ ਬੁਲਟ ਦੇ ਉੱਪਰ ਪੌੜੀ ਲੱਗੀ ਰਹੀ, ਪਰ ਅਸੀਂ ਕੋਸ਼ਿਸ਼ ਕੀਤੀ ਤੇ ਸਕਸੈਸ ਨਹੀਂ ਹੋਈ। ਫਿਰ ਇਸ ਤੋਂ ਬਾਅਦ ਅਸੀਂ ਸੋਚ ਲਿਆ ਵੀ ਪੌੜੀ ਦੇ ਉੱਪਰ ਚੜ੍ਹਨਾ ਹੀ ਚੜ੍ਹਨਾ। ਫਿਰ ਕੀ ਹੋਇਆ ਵੀ ਅਸੀਂ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕੀਤੀ, ਪ੍ਰੈਕਟਿਸ ਦਿਨ ਰਾਤ ਇੱਕ ਕੀਤਾ। ਦਿਨ ਰਾਤ ਪ੍ਰੈਕਟਿਸ ਕਰਨ ਤੋਂ ਬਾਅਦ ਅਸੀਂ ਪੌੜੀ ਦੇ ਉੱਪਰ ਖਲੋਣਾ ਸ਼ੁਰੂ ਕਰ ਦਿੱਤਾ। ਤੇ ਮੈਂ ਸੋਚਿਆ ਵੀ ਪੌੜੀ ਦੇ ਉੱਪਰ ਤੇ ਅਸੀਂ ਖੜ ਜਾਂਦੇ ਹਾਂ, ਕਿਉਂ ਨਾ ਇਹ ਜਿਹੜਾ ਗੁਣ ਵਾ ਹਨਾ, ਇਸ ਚੀਜ਼ ਨੂੰ ਆਪਾਂ ਇੱਕ ਗਿਨੀਜ਼ ਵਰਲਡ ਰੈਕਟ ਦੇ ਵਿੱਚ ਲੈ ਕੇ ਆਈਏ। ਉਸ ਪੌੜੀ ਦੇ ਉੱਪਰ ਚੜ੍ਹ ਕੇ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਵੀ ਪੌੜੀ ਦੇ ਨਾਲੋਂ ਹੱਥ ਛੱਡ ਕੇ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ। ਤੇ ਥੋੜਾ ਜਿਹਾ ਸਾਨੂੰ ਟਫ ਲੱਗਾ ਸ਼ੁਰੂ ਤੇ ਨਿੱਕਾ ਭਰਾ ਵੀ ਉਸੇ ਬਾਈਕ ਦੇ ਉੱਪਰ ਉਹਦਾ ਪਿੱਛੇ ਮੂੰਹ ਕਰਕੇ ਮੈਂ ਉਹਨੂੰ ਕਿਹਾ ਵੀ ਤੂੰ ਪਿੱਛੇ ਨੂੰ ਮੂੰਹ ਕਰਕੇ ਦਸਤਾਰ ਸਜਾਉਣੀ ਆ ਤੇ ਮੈਂ ਪੌੜੀ ਦੇ ਉੱਪਰ ਚੜ੍ਹ ਕੇ ਦਸਤਾਰ ਸਜਾਉਣੀ। ਅਸੀਂ ਪ੍ਰੈਕਟਿਸ ਸ਼ੁਰੂ ਕੀਤੀ। ਪ੍ਰੈਕਟਿਸ ਕਰਨ ਤੋਂ ਬਾਅਦ ਅਸੀਂ ਟਰਬਨ ਕੋਚ ਤੇ ਸੀ, ਤੇ ਇੱਕ ਸਾਡੇ ਨਾਲ ਟਰਬਨ ਕੋਚ ਹੋਣ ਦੇ ਨਾਤੇ ਇੱਕ ਬੁਲਟ ਸਟੰਟਮੈਨ ਦਾ ਵੀ ਸਾਡੇ ਨਾਲ ਇਹ ਚੀਜ਼ ਜੁੜ ਗਈ। ਜਿਹੜੇ ਜ਼ਿਆਦਾਤਰ ਟਰਬਨ ਕੋਚ ਹੁੰਦੇ ਆ ਉਹ ਬੁਲਟ ਸਟੰਟ ਨਹੀਂ ਕਰਦੇ, ਤੇ ਜਿਹੜੇ ਬੁਲਟ ਸਟੰਟ ਮੈਨ ਹੁੰਦੇ ਆ ਉਹ ਟਰਬਨ ਕੋਚ ਨਹੀਂ ਹੁੰਦੇ। ਸਾਨੂੰ ਇਸ ਚੀਜ਼ ਦਾ ਪਲੱਸ ਹੋ ਗਿਆ ਵੀ ਅਸੀਂ ਕੋਚ ਹੋਣ ਦੇ ਨਾਤੇ ਅਸੀਂ ਬੁਲਟ ਸਟੰਟ ਕਰਦੇ ਸੀ। ਤੇ ਅਸੀਂ ਪੌੜੀ ਦੇ ਉੱਪਰ ਚੜ੍ਹ ਕੇ 1 ਮਿੰਟ ਦੇ ਵਿੱਚ ਜਿਵੇਂ ਅਸੀਂ ਛੇਤੀ ਜ਼ਿਆਦਾ ਮੀਟਰ ਦੀ ਦਸਤਾਰ ਸਜਾ ਲੈਂਦੇ। ਤੇ ਬੁਲਟ ਦੇ ਉੱਪਰ ਚੜ੍ਹ ਕੇ ਅਸੀਂ ਗਿਨੀਜ਼ ਵਰਲਡ ਰੈਕਡ ਬਣਾਉਣ ਲਈ ਕੀ ਕੀਤਾ, 1 ਮਿੰਟ 58 ਸੈਕਿੰਡ ਦੇ ਵਿੱਚ ਬੁਲਟ ਦੇ ਉੱਪਰ ਚੜ੍ਹ ਕੇ 30 ਮੀਟਰ ਦੀ ਦਸਤਾਰ ਸਜਾਈ। ਬਸ ਨਾ ਕੋਈ ਸਾਡੇ ਸਾਹਮਣੇ ਕੋਈ ਮਿਰਰ ਨਹੀਂ ਸੀ, ਸ਼ੀਸ਼ਾ ਕੋਈ ਵੀ ਨਹੀਂ ਰੱਖਿਆ। ਬਸ ਅਸੀਂ ਆਪਣੇ ਤਜਰਬੇ ਦੇ ਨਾਲ 1 ਮਿੰਟ ਦੇ ਵਿੱਚ 30 ਮੀਟਰ ਦੀ ਦਸਤਾਰ ਸਜਾਈ, ਔਰ ਪਿੱਛੇ ਮੂੰਹ ਕਰਕੇ ਛੋਟੇ ਭਰਾ ਨੇ 30 ਮੀਟਰ ਦੀ ਦਸਤਾਰ ਸਜਾਈ ਜੀ 1 ਮਿੰਟ ਔਰ 58 ਸੈਕਿੰਡ ਦੇ ਵਿੱਚ। ਤੇ ਕਾਫੀ ਪ੍ਰੈਕਟਿਸ ਕਰਨੀ ਪਈ, ਕੁਝ ਦੁਨੀਆ ਦੇ ਉੱਤੇ ਵੱਖਰਾ ਕਰ ਲਈ, ਤੇ ਅੱਜ ਅਸੀਂ ਹੋਰ ਵੀ ਨਿਵੇਕਲਾ ਕਰਨ ਲਈ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਮੇਜ਼ਿੰਗ ਜੀ, ਗ੍ਰੇਟ। ਦੇਖੋ ਬਹੁਤ ਕੁਝ ਹੈਗਾ ਸਿੱਖਣ ਵਾਲਾ, ਕਿ ਡੈਡੀਕੇਸ਼ਨ ਤੇ ਫੋਕਸ ਜੇ ਤੁਹਾਡਾ ਹੈਗਾ ਕਲੀਅਰ। So to summarize, motivation which he got from watching a competition or 15th of August, the Independence Day parade, where he just saw an individual riding a bike and then leaving or taking away his hands from the bike, which motivated him that, okay, I can do this. But that didn't stop there. That motivated him enough
to start standing up on the bike and then asking his brother and other friends to join him. And then when he got the success in there, then he decided to keep going in that field because he was already a turban coach and he was teaching a lot of youth to how to tie a turban. But then he decided to start moving in this field. And then while doing some stunts on the bike, he decided to move on and then got a ladder attached to his bike. And then after a lot of practice, then he was able to tie a 30-meter piece of clothes on his head while riding the bike in 1 minute and 58 seconds. Wow, amazing, amazing. Great work, Virji. Thanks for sharing your wonderful experience. But at the same time, we highly recommend all the kids, if you ever decide to do such thing, please take professional training. Yeah. Don't just go out and start practicing things without taking professional trainings. So take example, if you want to learn anything, you can always get in touch with Virji. We will share his channel details and everything. We will share the videos of Paisabji as well. We will share his channel details, his contact details. You can talk to him, or you can find other trainers as well. Please do not try such things which are very risky. So Virji has done a lot of hard work. And remember, Virji is here with us because of his Gurbani strengths. So he has learned and gained all this by staying intact with Gurbani. So Gurbani, this is where we are today. We have a way to go. We need to first learn how we can live as per the guidance of Gurbani before we can go on and try other things which Virji is doing. So he is doing a lot more. Moving on, right now, with my understanding, Virji has got immense musical instrument experience. Sari tarah de musical instruments Virji can play. You can name anything. Virji can play all sorts of music instruments. Virji, can you please share thoda ja experience about your instruments as well? Taki bachchian nu, kyunki lots of kids we have here jehde ke aj training le rahe ne, either they are trying to learn tabla or harmonium or other jehde instruments. ਤੁਸੀਂ ਜੇ ਥੋੜਾ ਜਿਹਾ ਸ਼ੇਅਰ ਕਰ ਸਕੋ ਜੀ ਆਪਣੇ ਲਾਈਫ ਦਾ ਐਕਸਪੀਰੀਅੰਸ ਜੀ, that will be good. ਹਾਂਜੀ, ਤਬਲਾ ਮੈਂ ਸਟਾਰਟਿੰਗ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਕੀਰਤਨ ਕਾਫੀ ਸੁਣਦਾ ਸੀ, ਅੱਜ ਵੀ ਸੁਣਦਾ, ਤੇ ਸਟਾਰਟਿੰਗ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਬਲੇ ਤੋਂ ਕੀਤੀ। ਆਪਣੀ ਜ਼ਿੰਦਗੀ 'ਚ ਮੈਂ ਚੰਗੇ ਉਸਤਾਦਾਂ ਦੇ ਕੋਲ ਜਾ ਕੇ, ਚੰਗੇ ਟੀਚਰ ਦੇ ਕੋਲ ਜਾ ਕੇ ਮੈਂ ਤਬਲਾ ਸਿੱਖਿਆ। ਮੇਰੇ ਤਬਲਾ ਉਸਤਾਦ ਜਸਪਾਲ ਸਿੰਘ ਜੀ, ਜਗੱਦੀ ਟਕਸਾਲ, ਐਂਡ ਇਸ ਤੋਂ ਇਲਾਵਾ ਗੁਰਬਾਣੀ ਸੰਥਿਆ ਵੀ ਜਿਵੇਂ ਮੈਂ ਉਸਤਾਦ ਜੀ ਕੋਲੋਂ ਸਿੱਖੀ। ਕਾਫੀ ਕੁਝ ਜ਼ਿੰਦਗੀ ਦੇ ਵਿੱਚ ਸਿੱਖਣ ਨੂੰ ਮਿਲਿਆ। ਪਰ ਤਬਲਾ ਸਿੱਖਣ ਤੋਂ ਬਾਅਦ ਤਬਲੇ ਦੀ ਸੰਗਤ ਵਾਸਤੇ ਮੈਂ ਕਾਫੀ ਗੁਣੀ ਜਨਾਂ ਦੇ ਨਾਲ, ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਸਟਰਗਲ ਕੀਤਾ ਸੀ, ਜਿਹੜੇ ਸਕਸੈਸ ਹੋਏ, ਮੈਂ ਹਰ ਇੱਕ ਗੁਣੀ ਬੰਦੇ ਦੇ ਨਾਲ ਕੋਸ਼ਿਸ਼ ਕੀਤੀ ਤਬਲਾ ਵਜਾਉਣ ਦੀ। ਹਰ ਇੱਕ ਦੇ ਨਾਲ ਜਦੋਂ ਮੈਂ ਜਾਂਦਾ ਸੀ ਤੇ ਮੈਂ ਉਹਨਾਂ ਨਾਲ ਕੁਝ ਗੱਲਾਂ ਸ਼ੇਅਰ ਕਰਦਾ ਹੁੰਦਾ ਸੀ ਵੀ ਚੰਗੀਆਂ, ਵੀ ਵੀਰ ਜੀ ਤੁਸੀਂ ਇੰਨਾ ਵਧੀਆ ਗਾ ਲੈਂਦੇ ਹੋ, ਤੇ ਮੈਂ ਕਹਿੰਦਾ ਹੁੰਦਾ ਸੀ ਵੀ ਮੈਂ ਵੀ ਤੁਹਾਡੇ ਕੋਲੋਂ ਸਿੱਖਣਾ ਚਾਹੁੰਦਾ। ਤੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਿੰਨੇ ਵੀ ਆਪਣੇ ਨਾਲ ਵੀਰ ਭਰਾ ਵਿਚਰਦੇ ਸੀ, ਹਰ ਇੱਕ ਦੇ ਕੋਲੋਂ ਕੋਈ ਨਾ ਕੁਝ ਸਿੱਖਣ ਦਾ ਮੈਨੂੰ ਚੰਗਾ ਟਾਈਮ ਮਿਲਦਾ ਰਿਹਾ, ਚੰਗਾ ਮੌਕਾ ਮਿਲਦਾ ਰਿਹਾ। ਇਸ ਚੀਜ਼ ਨੂੰ ਮੈਂ ਅਜਾਈ ਨਹੀਂ ਜਾਣ ਦਿੱਤਾ। ਤਬਲੇ ਦੀ ਸੈਂਸ ਦੇ ਨਾਲ ਹਾਂ, ਇੱਕ ਚੀਜ਼ ਆ ਮੈਂ ਜ਼ਿੰਦਗੀ ਦੇ ਵਿੱਚ ਦੱਸਾਂਗਾ ਵੀ ਜੇ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਣਾ, ਤੇ ਸਕਸੈਸ ਹੋਣ ਵਾਸਤੇ ਸਾਨੂੰ ਇੱਕ ਚੀਜ਼ ਦੇ ਉੱਪਰ ਸਭ ਤੋਂ ਪਹਿਲਾਂ ਫੋਕਸ ਕਰਨਾ ਪੈਣਾ। ਤੇ ਮੈਂ ਇੱਕ ਚੀਜ਼ ਉਹ ਫੋਕਸ ਕੀਤਾ, ਤਬਲਾ ਮੈਂ ਪ੍ਰੋਫੈਸ਼ਨਲੀ ਕਾਫੀ ਡੀਪਲੀ ਸਿੱਖਿਆ, ਹਨਾ। ਚੰਗੇ ਉਸਤਾਦ ਦੇ ਕੋਲੋਂ ਸਿੱਖਣ ਤੋਂ ਬਾਅਦ ਚੰਗੀ ਸਟੇਜ ਦੇ ਉੱਤੇ ਚੰਗੇ ਗੁਣੀ ਜਨਾਂ ਦੇ ਨਾਲ ਸੰਗਤ ਕੀਤੀ। ਆਪਣੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਮੈਂ ਜਿਵੇਂ ਸ਼ਹੀਦਾਂ ਸਾਹਿਬ ਹਾਜ਼ਰੀ ਭਰੀ ਆ, ਹਰਿਮੰਦਰ ਸਾਹਿਬ ਮੈਂ ਕਾਫੀ ਵਾਰ ਤਬਲਾ ਵਜਾ ਚੁੱਕਾ, ਕਾਫੀ ਟਾਈਮ ਵਜਾਇਆ। ਬੰਗਲਾ ਸਾਹਿਬ ਤਬਲਾ ਵਜਾਉਂਦਾ ਰਿਹਾ। ਦੁਨੀਆ ਦੇ ਹਰ ਇੱਕ ਮੇਨ ਜਿਹੜਾ ਨਾਮਵਰ ਅਸਥਾਨ ਆ, ਹਰ ਇੱਕ ਨਾਮਵਰ ਸਟੇਜ ਦੇ ਉੱਪਰ ਮੈਂ ਤਬਲਾ ਵਜਾਉਣ ਦੀ ਕੋਸ਼ਿਸ਼ ਕੀਤੀ ਜੀ। ਤੇ ਤਬਲਾ ਵਜਾਉਂਦਿਆਂ ਜ਼ਿੰਦਗੀ ਦੇ ਵਿੱਚ ਸੰਗਤ ਕਰਨ ਤੋਂ ਬਾਅਦ ਸੈਂਸ ਆ ਗਈ ਵੀ ਰਾਗ ਕੀ ਚੀਜ਼ ਆ। ਡੀਪਲੀ ਜਾ ਕੇ
ਫਿਰ ਪਤਾ ਲੱਗਾ ਵੀ ਇੰਸਟਰੂਮੈਂਟ, ਸਟ੍ਰਿੰਗ ਇੰਸਟਰੂਮੈਂਟ ਕੀ ਚੀਜ਼ ਆ। ਹਰ ਇੱਕ ਚੀਜ਼ ਦੇ ਵਿੱਚ ਮੈਂ ਨੌਲੇਜ ਵਧਾਉਣ ਵਾਸਤੇ, ਨੌਲੇਜ ਉੱਚੀ ਕਰਨ ਵਾਸਤੇ ਮੈਂ ਉਹਨਾਂ ਚੀਜ਼ਾਂ ਨੂੰ ਡੀਪਲੀ ਜਾ ਕੇ ਸਿੱਖਿਆ। ਸੋ ਅੱਜ ਮੈਨੂੰ ਚੰਗਾ ਲੱਗਦਾ ਵੀ ਮੈਂ ਆਪਣਾ ਜਿਹੜਾ ਕੀਮਤੀ ਟਾਈਮ ਆ ਉਹ ਮੈਂ ਮੋਬਾਈਲ ਦੇ ਉੱਤੇ ਗੇਮਾਂ ਖੇਡ ਕੇ ਸਪੈਂਡ ਨਹੀਂ ਕੀਤਾ। ਮੈਨੂੰ ਚੰਗਾ ਲੱਗਦਾ ਵੀ ਉਹ ਮੈਂ ਕੀਮਤੀ ਟਾਈਮ ਇੱਕ ਚੰਗੀ ਚੀਜ਼ ਨੂੰ ਦਿੱਤਾ। ਜੇ ਕੱਲ ਨੂੰ ਕਿਸੇ ਨਿਊਜ਼ਪੇਪਰ ਦੇ ਵਿੱਚ ਜਾਂ ਕਿਸੇ ਚੈਨਲ ਦੇ ਉੱਤੇ ਮੇਰੀ ਇੰਟਰਵਿਊ ਹੋਏਗੀ, ਮੈਨੂੰ ਕਿਸੇ ਵੀ ਚੈਨਲ ਵਾਲੇ ਨੇ ਜਾਂ ਕਿਸੇ ਪਰਸਨ ਨੇ ਇਹ ਨਹੀਂ ਪੁੱਛਣਾ ਵੀ ਭਾਈ ਬਲਦੇਵ ਸਿੰਘ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਟਾਈਮ ਗੇਮ ਖੇਡੇ ਹੋ, ਕਿੰਨਾ ਮੋਬਾਈਲ ਚਲਾਇਆ, ਨਹੀਂ ਪੁੱਛਣਾ। ਕਿਉਂਕਿ ਇਹ ਰਫ ਇਹ ਆਪਾਂ ਹਨਾ ਕਿਸੇ ਦੇ ਨਾਲ ਗੱਲ ਇਹ ਪੁੱਛ ਨਹੀਂ ਸਕਦੇ ਵੀ ਤੁਸੀਂ ਕਿੰਨੀ ਗੇਮ ਖੇਡਦੇ ਹੋ। ਸੋ ਇਹਦੇ ਨਾਲ ਚੰਗਾ ਵੀ ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਉੱਚਾ ਚੁੱਕਦੀਆਂ ਨੇ, ਕਿਉਂ ਨਾ ਅਸੀਂ ਇਹ ਕੀਮਤੀ ਟਾਈਮ ਮੋਬਾਈਲ ਤੋਂ ਪਾਸੇ ਹਟ ਕੇ ਗੇਮ ਖੇਡਣ ਤੋਂ ਬਿਨਾਂ ਰਫ ਟਾਈਮ ਕਰਨ ਦੀ ਬਜਾਏ ਆਪਾਂ ਇਸ ਟਾਈਮ ਨੂੰ ਇੱਕ ਚੰਗੇ ਗੁਣ ਦੇ ਪਾਸੇ ਲਾਈਏ, ਗੁਰਬਾਣੀ ਪੜ੍ਹ ਲਈਏ ਜਾਂ ਕੁਝ ਸਿੱਖ ਲਈਏ। ਸੋ ਇਵੇਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਕਰਨ ਵਾਸਤੇ ਅੱਜ ਵੀ ਮੈਂ ਕੁਝ ਨਾ ਕੁਝ ਸਿੱਖਦਾ ਰਹਿੰਦਾ ਜੀ। ਵੈਰੀ ਗੁੱਡ ਜੀ, ਥੈਂਕ ਯੂ ਵੀਰ ਜੀ। ਇਹ ਬਹੁਤ ਹੀ ਜ਼ਿਆਦਾ ਅੱਛਾ ਸੀ, ਅਮੇਜ਼ਿੰਗ ਚੀਜ਼ ਹੈ। ਮੈਸੇਜ ਬਹੁਤ ਹੀ ਜਿਹੜੇ ਇੰਨੇ ਕਿ ਹੈਵੀ ਨੇ ਸਾਡੇ ਵਾਸਤੇ ਕਿ ਵੀ ਯੈਸ, ਮੈਨੂੰ ਆਪਣੇ ਜੀਵਨ ਵੱਲ ਬਾਰ-ਬਾਰ ਦੇਖ ਕੇ ਲੱਗ ਰਿਹਾ ਕਿ ਵੀ ਮੈਂ ਕਿੰਨੀਆਂ ਗਲਤੀਆਂ ਕਰ ਰਿਹਾ ਆਪਣੇ ਲਾਈਫ ਦੇ ਵਿੱਚ, ਕਿੰਨਾ ਸਮਾਂ ਵਿਅਰਥ ਗਵਾ ਰਿਹਾ। ਅ ਲੋਟ ਆਫ ਟਾਈਮ ਆਈ ਜਸਟ ਵੇਸਟ ਬਾਈ ਸਿਟਿੰਗ ਹੇਅਰ ਦੇਅਰ ਐਂਡ ਵਾਚਿੰਗ ਟੀਵੀ ਐਂਡ ਜਸਟ looking at the phone. It is not worth it है ना। अपनी लाइफ में हमेशा we have to remain focused, constantly keep putting efforts which will help us in our lives. So ਵੀਰ ਜੀ ਦੇ ਕੋਲ ਬਹੁਤ ਕੁਛ ਹੈ ਜੀ ਸਿੱਖਣ ਵਾਲਾ। ਮੈਂ ਟਾਈਮ ਵਾਲੇ ਵੀ ਥੋੜਾ ਜਿਹਾ ਧਿਆਨ ਕਰ ਰਿਹਾ, ਬਟ ਸਟਿਲ ਕਪਲ ਆਫ ਵੈਰੀ ਇੰਪੋਰਟੈਂਟ ਥਿੰਗਸ ਜਿਹੜੀਆਂ ਵੀਰ ਜੀ ਦੇ ਲਾਈਫ ਦੇ ਵਿੱਚ ਹੈਗੀਆਂ ਨੇ, ਅਸੀਂ ਜ਼ਰੂਰ ਸਿੱਖਣਾ ਚਾਹਾਂਗੇ। ਉਹਨਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈਗਾ ਜੀ ਪੇਂਟਿੰਗ, ਐਂਡ ਜਿਹੜਾ ਮੋਸਟ ਇੰਪੋਰਟੈਂਟ ਜਿਹਦੇ ਬਾਰੇ ਆਪਾਂ ਅੱਜ ਵੀਰ ਜੀ ਨਾਲ ਥੋੜੀ ਜਿਹੀ ਬਰੀਫ ਜ਼ਰੂਰ ਗੱਲ ਕਰਨੀ ਚਾਹੁੰਦੇ ਹਾਂ, ਉਹ ਹੈ ਜੀ ਕੈਲੀਗ੍ਰਾਫੀ। ਸੋ ਦੋ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ। ਵੀਰ ਜੀ ਥੋੜਾ ਜਿਹਾ ਆਪਣੇ ਪੇਂਟਿੰਗ ਐਂਡ ਕੈਲੀਗ੍ਰਾਫੀ ਦੇ ਐਕਸਪੀਰੀਅੰਸ ਨੂੰ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਉਸ ਤੋਂ ਬਾਅਦ ਅਸੀਂ ਜਿਹੜਾ ਮਾਈਕ ਵੀ ਵਿਲ ਹੈਂਡ ਇਟ ਓਵਰ ਟੂ ਜਿਹੜਾ ਬੱਚਿਆਂ ਨੂੰ ਤੇ ਸਾਰੇ ਪੇਰੈਂਟਸ ਨੂੰ, ਜੇ ਉਹਨਾਂ ਕੋਲ ਹੋਰ ਫਰਦਰ ਕੁਐਸਚਨਸ ਹੋਣਗੇ ਦੈਨ ਦੇ ਕੈਨ ਆਲਸੋ ਆਸਕ ਜੀ। ਪਰ ਤੁਸੀਂ ਪਹਿਲਾਂ ਪਲੀਜ਼ ਇੱਕ ਵਾਰੀ ਥੋੜਾ ਜਿਹਾ ਆਪਣੇ ਬਾਰੇ ਕੈਲੀਗ੍ਰਾਫੀ ਸਕਿੱਲਸ ਦੇ ਬਾਰੇ ਜ਼ਰੂਰ ਦੱਸੋ ਜੀ। ਹਾਂਜੀ, ਮੈਂ ਨਾ ਸਕੂਲ ਟਾਈਮ ਤੇ ਮੈਂ ਸਟਾਰਟਿੰਗ ਤੇ ਦੱਸਿਆ ਸੀ ਵੀ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ, ਮੇਰੇ ਯਾਰ ਦੋਸਤ ਕੰਟੀਨ ਤੇ ਜਾ ਕੇ ਆਪਣਾ ਟਾਈਮ ਸਪੈਂਡ ਕਰਦੇ ਸੀ, ਯਾਰਾਂ ਦੋਸਤਾਂ ਦੇ ਵਿੱਚ ਟਾਈਮ ਸਪੈਂਡ ਕਰਦੇ ਸੀ। ਮੈਂ ਆਪਣੇ ਸਕੂਲ ਤੋਂ, ਮੇਰੇ ਛੋਟੇ ਹੁੰਦਿਆਂ ਤੋਂ ਮੈਂ ਮਨ 'ਚ ਚੀਜ਼ ਧਾਰੀ ਸੀ ਵੀ ਮੈਂ ਆਪਣਾ ਜਿਹੜਾ ਟਾਈਮ ਆ, ਕੀਮਤੀ ਟਾਈਮ ਆ, ਇਹ ਮੈਂ ਅਜ਼ਾਈ ਨਹੀਂ ਜਾਣ ਦੇਣਾ। ਆਪਣੇ ਕੀਮਤੀ ਟਾਈਮ ਦਾ ਮੈਂ ਲਾਹਾ ਲੈਣਾ। ਉਹ ਲਾਹਾ ਲੈਣ ਵਾਸਤੇ ਮੈਂ ਸਕੂਲ ਦੇ ਵਿੱਚ ਪੜ੍ਹਦਿਆਂ ਮੇਰੇ ਟੀਚਰ ਸਨ ਸਰ ਤੇਜਪਾਲ ਸਿੰਘ, ਜਿਨ੍ਹਾਂ ਦੇ ਕੋਲੋਂ ਮੈਂ ਕੈਲੀਗ੍ਰਾਫੀ ਸਿੱਖਣੀ ਸ਼ੁਰੂ ਕੀਤੀ। ਕੈਲੀਗ੍ਰਾਫੀ ਦੇ ਮੈਂ ਕੰਪੀਟੀਸ਼ਨ ਕਾਫੀ ਲੜੇ, ਪੇਂਟਿੰਗ ਮੁਕਾਬਲੇ, ਜਿਵੇਂ ਪੇਂਟਿੰਗ ਕੰਪੀਟੀਸ਼ਨ ਪੰਜਾਬ ਲੈਵਲ ਦੇ ਵਿੱਚ ਮੈਂ ਫਸਟ ਆਇਆ ਸੀ। ਇਸ ਤੋਂ ਬਾਅਦ ਸੁੰਦਰ ਲਿਖਾਈ ਜਿਹੜੀ ਕੈਲੀਗ੍ਰਾਫੀ ਆ, ਮੈਂ ਆਪਣੇ ਉਸ ਟੀਚਰ ਤੇਜਪਾਲ ਸਿੰਘ ਹੋਣਾ ਕੋਲੋਂ ਸਿੱਖੀ। ਉਹਨਾਂ ਨੇ ਮੈਨੂੰ ਇਹ ਗੁਣ ਦੇਣ ਤੋਂ ਬਾਅਦ ਜਿਵੇਂ ਮੈਨੂੰ ਉਹ ਕੰਪੀਟੀਸ਼ਨਾਂ ਦੇ ਵਿੱਚ ਲੈ ਕੇ ਜਾਂਦੇ ਰਹੇ ਤੇ ਕਾਫੀ ਕੰਪੀਟੀਸ਼ਨਾਂ ਦੇ ਵਿੱਚ ਜਿੱਤਿਆ। ਇਸ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਦੇ ਵਿੱਚ ਇਸ ਚੀਜ਼ ਸੋਚੀ ਹੋਈ ਆ ਵੀ ਮੈਂ ਆਪਣੇ ਹੱਥਾਂ ਦੀ ਹਨਾ ਇਸ ਲਿਖਾਈ ਦੇ ਨਾਲ ਆਪਣੇ ਹੱਥੀਂ ਗੁਰੂ ਮਹਾਰਾਜ ਜੀ ਦਾ ਸਰੂਪ ਹਨਾ ਸਾਰਾ ਕੈਲੀਗ੍ਰਾਫੀ ਦੇ ਵਿੱਚ ਜਿਹੜੀ ਵੀ ਚੰਗੀ ਰਾਈਟਿੰਗ ਹੋਈ ਤੁਸੀਂ ਦੇਖ ਰਹੇ ਹੋ ਹਨਾ ਡਿਸਪਲੇ ਤੇ ਜਿਹੜੀ ਰਾਈਟਿੰਗ ਆ, ਮੈਂ ਸੋਚਦਾ ਵੀ ਇਸ ਰਾਈਟਿੰਗ ਦੇ ਵਿੱਚ ਮੈਂ ਗੁਰੂ ਮਹਾਰਾਜ ਜੀ ਦਾ ਸਰੂਪ ਆਪਣੇ ਹੱਥੀਂ ਸਾਰਾ ਲਿਖ ਸਕਾਂ। ਗੁਰਬਾਣੀ ਦੀਆਂ ਪੰਕਤੀਆਂ ਲਿਖਣ ਦੀ ਮੈਂ ਕੋਸ਼ਿਸ਼ ਕਰਦਾ ਰਹਿਣਾ ਤੇ ਜ਼ਿੰਦਗੀ ਦੇ ਵਿੱਚ ਇਹੀ ਸੁਪਨਾ ਲਿਆ। ਮਹਾਰਾਜ ਜੀ ਇਸ ਚੀਜ਼ ਨੂੰ ਪੂਰੀਆਂ ਕਰਨ ਤੇ ਅੱਜ ਵੀ ਇਸ ਚੀਜ਼ ਦਾ ਸ਼ੌਂਕ ਆ ਮੈਨੂੰ। ਅਮੇਜ਼ਿੰਗ ਜੀ, ਰੀਅਲੀ ਗੁੱਡ, ਥੈਂਕ ਯੂ ਵੀਰ ਜੀ। ਇਹ ਵੰਡਰਫੁਲ ਐਕਸਪੀਰੀਅੰਸ। ਦੇਖੋ ਵਿਜ਼ਨ ਕਿੰਨਾ ਅਮੇਜ਼ਿੰਗ ਹੈਗਾ ਜਿਹੜਾ ਕਿ ਸਾਨੂੰ ਅੱਜ ਸਿੱਖਣ ਨੂੰ ਮਿਲ ਰਿਹਾ ਹੈ ਵੀਰ ਜੀ ਤੋਂ, ਕਿ ਅਸੀਂ ਹੁਣੇ ਰੀਸੈਂਟਲੀ ਜਿਹੜਾ ਵੀਰ ਜੀ ਲਾਸਟ 10-12 ਹਫ਼ਤਿਆਂ ਦੇ ਵਿੱਚ ਬੱਚਿਆਂ ਦੇ ਨਾਲ ਬੇਸਿਕਸ ਆਫ ਗੁਰਬਾਣੀ, ਜਿਹਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਸਟਰਕਚਰ ਬੱਚਿਆਂ ਦੇ ਨਾਲ ਡਿਸਕਸ ਕੀਤਾ ਕਿ ਕਿੱਦਾਂ ਉਹ ਜਰਨੀ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਤੋਂ, ਕਿੱਦਾਂ ਉਹਨਾਂ ਨੇ ਬਾਣੀ ਨੂੰ ਕਲੈਕਟ ਕੀਤਾ ਤੇ ਕਿੱਦਾਂ ਹੀ ਫਿਰ ਉਹਦੇ ਉਤਾਰੇ ਕੀਤੇ ਗਏ ਪੋਥੀ ਸਾਹਿਬ ਨੂੰ ਬਣਾਉਣ ਦੇ ਵਿੱਚ। ਸੋ ਅਸੀਂ ਉਹ ਸਾਰੀ ਜਿਹੜੀ ਹੈ ਵਿਚਾਰ ਬੱਚਿਆਂ ਦੇ ਨਾਲ ਲਾਸਟ ਕੁਝ ਹਫ਼ਤਿਆਂ ਦੇ ਵਿੱਚ ਡਿਸਕਸ ਕੀਤੀ।
ਉਹ ਅਮੇਜ਼ਿੰਗ ਜਿਹੜਾ ਕਿ ਤੁਸੀਂ ਹੁਣ ਮੈਂਸ਼ਨ ਕੀਤਾ ਕਿ ਤੁਸੀਂ ਉਹ ਅਚੀਵ ਕਰਨਾ ਚਾਹੁੰਦੇ ਹੋ ਉਸ ਚੀਜ਼ ਨੂੰ। ਤੁਸੀਂ ਵੀ ਕੈਲੀਗ੍ਰਾਫੀ ਜਿਹੜੀ ਅਸੀਂ ਬੱਚਿਆਂ ਨਾਲ ਡਿਸਕਸ ਕੀਤਾ ਕਿ ਗੁਰੂ ਸਾਹਿਬ ਨੇ ਬੜੇ ਸਾਰੇ ਬੰਦਿਆਂ ਤੋਂ ਸੇਵਾ ਲਈ, ਬੜੇ ਸਾਰੇ ਇੰਡੀਵਿਜੂਅਲਸ ਜਿਹੜੇ ਸੀ ਜਿਨ੍ਹਾਂ ਦੀ ਕੋਲੈਬੋਰੇਸ਼ਨ ਦੇ ਨਾਲ ਉਹ ਟਾਰਗੇਟ ਅਚੀਵ ਕੀਤਾ ਗਿਆ। ਤੋ ਇਹ ਬਹੁਤ ਅੱਛੀ ਚੀਜ਼ ਹੈ ਜੀ, ਤੁਹਾਡੇ ਕੋਲ ਬੜਾ ਅਮੇਜ਼ਿੰਗ ਵਿਜ਼ਨ ਹੈਗਾ। ਅ ਲੋਟ ਆਫ ਥਿੰਗਸ ਜਿਹੜੀਆਂ ਨੇ ਤੁਹਾਡੀ ਲਾਈਫ 'ਚ ਸਾਨੂੰ ਵੀ ਸਿੱਖਣ ਨੂੰ ਮਿਲ ਰਹੀਆਂ ਨੇ ਕਿ ਕੋਈ ਸਕਿੱਲ ਅਸੀਂ ਜਦੋਂ ਸਿੱਖਦੇ ਹਾਂ, ਸਮਟਾਈਮਸ ਮੈਨੂੰ ਵੀ ਲੱਗਦਾ ਕਿ ਕੁਝ ਸਿੱਖਣ ਤੋਂ ਬਾਅਦ ਵੀ ਜਸਟ ਲੀਵ ਦੈਟ ਥਿੰਗ ਬਿਹਾਈਂਡ ਐਂਡ ਸੇ ਓ ਯੈਸ ਵੀ ਹੈਵ ਲਰਨਡ ਇਟ, ਇਟਸ ਓਕੇ, ਨਾਓ ਵੀ ਮੂਵ ਔਨ। ਪਰ ਅਸੀਂ ਉਸ ਸਕਿੱਲ ਨੂੰ ਕਈ ਵਾਰੀ ਯੂਟਿਲਾਈਜ਼ ਨਹੀਂ ਕਰ ਪਾਉਂਦੇ। ਸੋ ਇਟ ਇਜ਼ ਆਲਵੇਜ਼ ਗੁੱਡ ਜੇ ਹੁਣ ਕੈਲੀਗ੍ਰਾਫੀ ਦਾ ਸਕਿੱਲ ਹੈ, ਦੇਖੋ ਕਿੰਨਾ ਅਮੇਜ਼ਿੰਗ ਵਿਜ਼ਨ ਹੈ ਭਾਈ ਸਾਹਿਬ ਜੀ ਕੋਲ ਕਿ ਵੀ ਉਹ ਉਹਨੂੰ ਯੂਟਿਲਾਈਜ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਚਾਹੁੰਦੇ ਨੇ। ਸੋ ਇਟਸ ਐਨ ਗ੍ਰੇਟ ਐਫਰਟ ਵੀਰ ਜੀ ਤੁਹਾਡੇ ਵੱਲੋਂ, ਤੁਹਾਡਾ ਥਾਟ, ਤੁਹਾਡੀਆਂ ਜਿਹੜੀਆਂ ਡੈਡੀਕੇਸ਼ਨ ਔਰ ਤੁਹਾਡੀ ਜਿੰਨੀ ਵੀ ਹੁਣ ਤੱਕ ਦੀ ਸ਼ੇਅਰ ਕੀਤਾ ਐਕਸਪੀਰੀਅੰਸ, ਇਟ ਇਜ਼ ਐਨ ਅਮੇਜ਼ਿੰਗ ਲਰਨਿੰਗ ਫॉर ਮੀ ਪਰਸਨਲੀ ਐਂਡ ਆਈ ਹੋਪ all of us is taking very good positive feedback from it that ਅਸੀਂ ਆਪਣੀ ਲਾਈਫ ਨੂੰ ਰਿਫਲੈਕਟ ਕਰੀਏ where we stand here today। ਇਹਦੇ ਨਾਲ ਮੈਂ ਇੱਕ ਕੰਮ ਕਰ ਸਕਦਾ ਕਿ ਵੀ we can spend another few minutes with ਵੀਰ ਜੀ and ask any questions you may have to ਵੀਰ ਜੀ as well। so ਆਪਾਂ ਪਲੇਟਫਾਰਮ ਓਪਨ ਕਰ ਦਿੰਦੇ ਜੀ। before we do that ਵੀਰ ਜੀ wants to say something and then after that we can share। ਹਾਂਜੀ ਵੀਰ ਜੀ ਕੋਈ ਫਾਈਨਲ ਵਰਡਸ ਜੀ ਬਿਫੋਰ ਅਸੀਂ ਰਿਕਾਰਡਿੰਗ ਵੀ ਸਟਾਪ ਕਰ ਸਕਦੇ ਹਾਂ ਜੀ। ਦੈਨ ਕਿਡਸ ਕੈਨ ਓਪਨਲੀ ਆਸਕ ਕੁਐਸਚਨਸ ਆਫਟਰ ਦ ਰਿਕਾਰਡਿੰਗ। ਸੋ ਇਫ ਯੂ ਕੈਨ ਸ਼ੇਅਰ ਸਮ ਫਾਈਨਲ ਵਰਡਸ ਜੀ। ਮੈਂ ਵੀਰ ਜੀ ਸੌਰੀ, ਮੈਂ ਇੱਕ ਚੀਜ਼ ਨੂੰ ਦੱਸਣਾ ਚਾਹੁੰਦਾ ਸੀ। ਮੇਰੇ ਦਿਲ ਦੀ ਇੱਛਾ ਸੀ ਵੀ ਜਿਵੇਂ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਕੋਲ ਪੈਨਸਲ ਆ ਜਾਂ ਕਿਸੇ ਕੋਲ ਪੈਨ ਆ, ਹਨਾ, ਉਹ ਕੋਈ ਚੋਰ ਚੁਰਾ ਕੇ ਲਿਜਾ ਸਕਦਾ। ਜੇਕਰ ਸਾਡਾ ਬੈਗ ਆ ਅਸੀਂ ਹੱਥ 'ਚ ਫੜਿਆ, ਸਾਡਾ ਪਰਸ ਆ ਕੋਈ ਚੁਰਾ ਕੇ ਲਿਜਾ ਸਕਦਾ। ਪਰ ਗੁਰਬਾਣੀ ਗੁਰੂ ਦੇ ਅਕੋਰਡਿੰਗ ਇੱਕ ਗੁਰਬਾਣੀ ਦੀ ਪੰਕਤੀ ਆ, ਗੁਰ ਕਾ ਬਚਨ ਬਸੈ ਜੀ ਨਾਲੇ। ਅੱਗੇ ਕਹਿੰਦੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਾਲੈ। ਇਹ ਗੁਰਬਾਣੀ ਗੁਰੂ ਦਾ ਜਿਹੜਾ ਬਚਨ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਾਂ। ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਮੰਨ ਕੇ ਚੱਲੋ ਵੀ ਮੈਂ ਕੈਲੀਗ੍ਰਾਫੀ ਦਾ ਗੁਣ ਸਿੱਖਿਆ ਤੇ ਇਹ ਕੈਲੀਗ੍ਰਾਫੀ ਦਾ ਗੁਣ ਕੋਈ ਚੋਰ ਚੁਰਾ ਕੇ ਨਹੀਂ ਲਿਜਾ ਸਕਦਾ। ਕੋਈ ਦੁਨੀਆ ਦਾ ਬੰਦਾ ਇਸ ਗੁਣ ਨੂੰ ਅੱਗ ਨਹੀਂ ਲਾ ਸਕਦਾ, ਹਨਾ। ਕੋਈ ਦੁਨੀਆ ਦਾ ਬੰਦਾ ਇਸ ਚੀਜ਼ ਨੂੰ ਲੁਕੋ ਨਹੀਂ ਸਕਦਾ। ਜੋ ਵੀ ਆ ਇਹ ਗੁਣ ਸਾਡੇ ਨਾਲ ਰਹਿੰਦੇ। ਮੰਨ ਲਓ ਵੀ ਮੈਂ ਜਿਵੇਂ ਤਬਲਾ ਸਿੱਖਿਆ ਸਕਿੱਲ, ਕੋਈ ਬੰਦਾ ਮੈਨੂੰ ਕਵੇ ਵੀ ਮੈਂ ਤੇਰਾ ਤਬਲਾ ਖੋਹ ਲੈਣਾ, ਪਰ ਨਹੀਂ, ਮੇਰਾ ਤਬਲਾ ਐਵੇਂ ਖੋਇਆ ਨਹੀਂ ਜਾ ਸਕਦਾ। ਜੇ ਕੋਈ ਮੈਨੂੰ ਕਵੇ ਵੀ ਮੈਂ ਤੇਰੇ ਕੋਲ ਤੇਰੇ ਦਸਤਾਰ ਦਾ ਗੁਣ ਖੋਹ ਲੈਣਾ, ਇੱਕ ਮੈਂ ਬੱਚਿਆਂ ਨੂੰ ਇਹੀ ਚੀਜ਼ ਕਹਿਣਾ ਚਾਹਾਂਗਾ ਵੀ ਜਿਹੜਾ ਗੁਣ ਵਾ, ਜਿਹੜੀਆਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ ਸਿੱਖੀਆਂ ਹੋਈਆਂ, ਉਹ ਸਾਡੇ ਨਾਲ ਸਾਰੀ ਸਾਡੀ ਉਮਰ, ਸਾਡੀ ਲਾਈਫ ਦੇ ਵਿੱਚ ਸਾਡੇ ਨਾਲ ਚੱਲਦੀਆਂ ਨੇ। ਸੋ ਸਾਡੇ ਕੋਲ ਗੁਣ ਹੋਣਗੇ, ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਪਰ ਜਾ ਕੇ ਅਸੀਂ ਖੜ ਜਾਵਾਂਗੇ, ਕਿਸੇ ਜਗ੍ਹਾ ਜਾ ਕੇ ਬੈਠ ਜਾਵਾਂਗੇ, ਸਾਨੂੰ ਲੋਕ ਸੈਲਿਊਟ ਕਰਨਗੇ ਜਾਂ ਸਾਡੇ ਨਾਲ ਲੋਕ ਗੱਲਬਾਤ ਕਰਨਗੇ। ਉਹ ਕਿਉਂ ਕਰਨਗੇ? ਕਿਉਂਕਿ ਗੁਣ ਦੇ ਅਕੋਰਡਿੰਗ ਸਾਨੂੰ ਚਾਹੀਦਾ ਵੀ ਅਸੀਂ ਵੱਧ ਤੋਂ ਵੱਧ ਗੁਣ ਇਕੱਠੇ ਕਰੀਏ। ਗੁਣਾਂ ਨੂੰ ਕੋਈ ਵੀ ਚੋਰ ਚੁਰਾ ਕੇ ਨਹੀਂ ਲਿਜਾ ਸਕਦਾ। ਕੋਈ ਬੰਦਾ ਦੁਨੀਆ ਦਾ ਅੱਗ ਨਹੀਂ ਲਾ ਸਕਦਾ। ਕੋਈ ਇਹ ਗੁਣ ਪਾਣੀ ਦੇ ਵਿੱਚ ਨਹੀਂ ਡੁੱਬ ਸਕਦਾ। ਇਸ ਕਰਕੇ ਗੁਰੂ ਦਾ ਬਚਨ ਔਰ ਗੁਣ ਸਾਨੂੰ ਜ਼ਿੰਦਗੀ ਦੇ ਵਿੱਚ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ। ਜੋ ਵੀ ਅਸੀਂ ਆਪਣੇ ਸਰੀਰ ਆ, ਸਾਡਾ ਇੱਕ ਸਰੀਰ ਆ, ਸਾਡੀ ਮੱਤ ਆ, ਅਸੀਂ ਜੋ ਕੁਝ ਉਹਦੇ ਵਿੱਚ ਪਾਈ ਜਾਵਾਂਗੇ ਉਹੀ ਚੀਜ਼ਾਂ ਅਸੀਂ ਬਾਹਰ ਕੱਢਾਂਗੇ। ਮੰਨ ਲਓ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਮੋਬਾਈਲ ਫੜਿਆ, ਗੇਮਾਂ ਖੇਡ ਰਹੇ, ਇਹਦਾ ਮਤਲਬ ਕਿ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਮਾਈਂਡ ਦੇ ਵਿੱਚ, ਹਿਰਦੇ ਦੇ ਵਿੱਚ, ਸਾਡੇ ਸਰੀਰ ਰੂਪੀ ਭਾਂਡੇ ਦੇ ਵਿੱਚ ਇਹ ਚੀਜ਼ਾਂ ਪੈ ਰਹੀਆਂ। ਇੱਕ ਪਾਸੇ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਗੁਰਬਾਣੀ ਇਹਦਾ ਮਤਲਬ ਵੀ ਅਸੀਂ ਆਪਣੇ ਅੰਦਰ ਇਹ ਚੀਜ਼ਾਂ ਪਾ ਰਹੇ ਹਾਂ। ਜੇਕਰ ਸਾਡੇ ਅੰਦਰ ਗੁਰਬਾਣੀ ਗਈ ਆ ਤੇ ਸਾਡੇ ਲਫ਼ਜ਼ਾਂ ਦੇ ਵਿੱਚ ਔਰ ਸਾਡੇ ਕਿਰਦਾਰ ਦੇ ਵਿੱਚ, ਸਾਡੇ ਕੰਮਾਂ ਦੇ ਵਿੱਚ ਗੁਰਬਾਣੀ ਦੀ ਝਲਕ ਆਵੇਗੀ। ਜੇਕਰ ਅਸੀਂ ਪੱਗ ਦਾ ਗੁਣ ਪਾਇਆ, ਸਾਡੇ ਕੰਮਾਂ ਦੇ ਵਿੱਚ ਪੱਗ ਦਾ ਗੁਣ ਝਲਕੇ, ਸਾਡੀ ਜ਼ੁਬਾਨ ਦੇ ਬੋਲੀ ਦੇ ਵਿੱਚ ਸਾਡੇ ਗੁਣ ਝਲਕਣਗੇ। ਜੇ ਅਸੀਂ ਆਪਣੇ ਅੰਦਰ ਗੁੱਸਾ, ਈਰਖਾ, ਕਿਸੇ ਨਾਲ ਲੜ ਕੇ ਚੀਜ਼ਾਂ ਅਸੀਂ ਆਪਣੇ ਅੰਦਰ ਪਾਈਆਂ, ਸੇਮ ਅਸੀਂ ਉਹੀ ਚੀਜ਼ਾਂ ਆਪਾਂ ਬਾਹਰ ਕੱਢਦੇ ਹਾਂ। ਸੋ ਮੈਂ ਇਹ ਚੀਜ਼ਾਂ ਕਹਾਂਗਾ ਵੀ ਸਾਡੇ ਸਰੀਰ ਰੂਪੀ ਭਾਂਡੇ ਦੇ ਵਿੱਚ
ਸਾਨੂੰ ਚੰਗੇ ਗੁਣ, ਚੰਗੀਆਂ ਚੀਜ਼ਾਂ, ਹਨਾ, ਗੁੱਡ ਹੈਬਿਟਸ ਸਾਨੂੰ ਅਪਣਾਉਣੀਆਂ ਚਾਹੀਦੀਆਂ, ਫਿਰ ਅਸੀਂ ਕਿਸੇ ਦੇ ਨਾਲ ਇਹ ਚੀਜ਼ਾਂ ਵੰਡ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ ਜੀ। ਹਾਂਜੀ, ਬਿਲਕੁਲ ਅਮੇਜ਼ਿੰਗ ਵੀਰ ਜੀ। ਅਸੀਂ ਜਿਹੜਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੀ ਤੁਹਾਡੇ ਕਿ ਤੁਸੀਂ ਆਪਣਾ ਬਹੁਤ ਹੀ ਅਮੇਜ਼ਿੰਗ ਐਕਸਪੀਰੀਅੰਸ ਜਿਹੜਾ ਸ਼ੇਅਰ ਕਰ ਰਹੇ ਹੋ, ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜ਼ਰੂਰ ਜਿਹੜਾ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਅਸੀਂ ਵੀ ਗੁਰਬਾਣੀ ਤੋਂ ਗੁਣਾਂ ਨੂੰ ਲੈਣ ਲਈ ਯਤਨ ਕਰੀਏ, ਜੋ ਕਿ ਅਸੀਂ ਸਿੱਖ ਟੀਚਿੰਗ ਦੇ ਪਲੇਟਫਾਰਮ ਤੋਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿੱਦਾਂ ਗੁਰਬਾਣੀ ਦੇ ਥਰੂ, ਗੁਰਬਾਣੀ ਦੀ ਸਿੱਖਿਆ ਦੇ ਥਰੂ ਅਸੀਂ ਆਪਣੀ ਜੋਤ ਨਾਲ ਕਿੱਦਾਂ ਕਨੈਕਟ ਹੋਣਾ ਹੈ, ਕਿੱਦਾਂ ਅਸੀਂ ਆਪਣੀ ਜੋਤ ਦੀ ਸ਼ਰਨ 'ਚ ਜਾ ਕੇ ਉਹਦੀ ਗਾਈਡੈਂਸ ਨਾਲ, ਗੁਰਬਾਣੀ ਦੀ ਸਿੱਖਿਆ ਦੇ ਨਾਲ ਜੀਵਨ ਜੀਣਾ ਚਾਹੁੰਦੇ ਹਾਂ। ਉਹ ਸਾਡਾ ਉਪਰਾਲਾ ਹੈ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਤੁਹਾਡੇ ਵਰਗੇ ਗੁਰਸਿੱਖ ਵੀਰਾਂ ਨੂੰ ਮਿਲ ਕੇ ਸਾਨੂੰ ਹੋਰ ਜ਼ਿਆਦਾ ਜਿਹੜਾ ਮੋਟੀਵੇਸ਼ਨ ਮਿਲਦੀ ਹੈ। ਮੈਂ ਉਮੀਦ ਕਰਦਾ ਕਿ ਬਾਕੀ ਸਾਰੇ ਬੱਚਿਆਂ ਨੂੰ ਵੀ ਤੁਹਾਡੇ ਜੀਵਨ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। I cannot stop this. There is a lot more. Virji has got a lot more skills. Virji has got, but ਆਪਾਂ ਵੀਰ ਜੀ ਨੂੰ ਦੁਬਾਰਾ ਇਨਵਾਈਟ ਕਰਾਂਗੇ. We will have another session with Virji and talk a lot more things again. But for this session, we will stop the recording here and give everybody the opportunity to openly ask any questions you may have for Virji. But Virji, for now, ਅਸੀਂ ਇਹ ਰਿਕਾਰਡਿੰਗ ਜਿਹੜੀ ਇੱਥੇ ਫਤਿਹ ਬੁਲਾ ਕੇ ਸਟਾਪ ਕਰਦੇ ਹਾਂ ਜੀ। ਥੈਂਕ ਯੂ ਵੈਰੀ ਮਚ ਵਾਂਸ ਅਗੇਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢਿਆ ਔਰ ਸਾਡੇ ਸਾਰੇ ਇੱਥੇ ਆ ਕੇ ਬੱਚਿਆਂ ਦੇ ਨਾਲ, ਸਾਰੇ ਪੇਰੈਂਟਸ ਦੇ ਨਾਲ ਜਿਹੜਾ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਸਾਰੀ ਸਿੱਖ ਟੀਚਿੰਗਸ ਦੀ ਟੀਮ ਦੇ ਵੱਲੋਂ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।